ਹੈਲੋ एवरीवन ਵੈਲਕਮ ਟੂ ਮਾਈ ਚੈਨਲ ਜਿਸ ਦਾ ਨਾਮ ਹੈ ਸਿਮਰਨ ਪੰਜਾਬੀ ਚੈਨਲ ਮੈਂ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਬਣਾਇਆ ਜਿਹੜਾ ਕਿ ਐਨਟੀਯੂਜੀਸੀ ਨੈਟ ਦੇ ਨਾਲ ਰਿਲੇਟਡ ਜੋ ਵੀ ਤਿਆਰੀ ਕਰ ਰਹੇ ਨੇ ਉਹ ਇੱਥੇ ਆ ਕੇ ਕਰ ਸਕਦੇ ਨੇ। ਜਿੰਨੇ ਵੀ ਟੌਪਿਕ ਹੈ ਤੁਹਾਨੂੰ ਇੱਥੇ ਡਿਟੇਲ ਵਾਈਜ਼ ਮਿਲ ਜਾਣਗੇ। ਸੋ ਜਲਦੀ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਸੋ ਟੌਪਿਕ ਜਿਹੜਾ ਅੱਜ ਅਸੀਂ ਲੋਕਧਾਰਾ ਦੇ ਨਾਲ ਰਿਲੇਟਡ ਹੀ ਕਰਦੇ ਪਏ ਹਾਂ। ਬਿਰਤਾਂਤ ਤੇ ਲੋਕ ਬਿਰਤਾਂਤ ਰੂਪ ਦੇ ਪ੍ਰਕਾਰਜ ਦੇ ਬਾਰੇ ਅੱਜ ਅਸੀਂ ਪੜ੍ਹਾਂਗੇ। ਇਸ ਤੋਂ ਇਲਾਵਾ ਕੋਰਸਿਸ ਸਾਡੇ ਚੱਲਦੇ ਪਏ ਨੇ ਬੈਚ ਕੋਰਸ। ਜਿਨ੍ਹਾਂ ਨੇ ਕੋਰਸ ਲੈਣਾ ਹੋਏਗਾ ਨੈਕਸਟ ਜਿਹੜਾ ਕਿ ਹੁਣ 26 ਅਕਤੂਬਰ ਤੋਂ ਸ਼ੁਰੂ ਹੋਣਾ ਹੈ, ਲੈ ਸਕਦੇ ਹੋ। ਇਸ ਕੋਰਸ ਦੇ ਵਿੱਚ ਮੋਸਟ ਇੰਪੋਰਟੈਂਟ MCQs ਜਿਹੜੇ ਹੋਣਗੇ ਉਹਨਾਂ ਦੇ ਨਾਲ ਅਸੀਂ ਜਿੰਨੇ ਵੀ ਸਾਡੀ ਰਿਵੀਜ਼ਨ ਹੋਏਗੀ ਉਹ ਕਰਾਂਗੇ, ਕਿਉਂਕਿ ਥੋੜ੍ਹਾ ਜਿਹਾ ਹੀ ਟਾਈਮ ਰਹਿ ਚੁੱਕਾ ਹੈਗਾ ਵਾ। ਥਿਊਰੀ ਆਲਰੇਡੀ ਸਾਡੀ ਕੰਪਲੀਟ ਹੋ ਚੁੱਕੀ ਹੈ ਅਤੇ ਹੁਣ ਜਿਹੜੇ ਸਾਡੇ ਕੋਲ MCQs ਵਾਲੇ ਜਿਹੜੇ ਕੋਰਸਿਸ ਹੋਣਗੇ ਉਹਨਾਂ ਤੋਂ ਹੁਣ ਰਿਵੀਜ਼ਨ ਕਰਾਂਗੇ। ਸੋ ਜਿਨ੍ਹਾਂ ਨੇ ਕੋਰਸ ਲੈਣਾ ਹੋਏਗਾ ਮੈਨੂੰ ਨੀਚੇ ਮੈਸੇਜ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ। ਤੁਹਾਨੂੰ ਮੈਂ ਆਪਣਾ ਜਿਹੜਾ ਨੰਬਰ ਸੈਂਡ ਕਰ ਦਾਂਗੀ, ਤੁਸੀਂ ਫਰਦਰ ਜਿਹੜੀਆਂ ਹੈਗੀਆਂ ਨੇ ਡਿਟੇਲਸ ਉੱਥੋਂ ਅਸੀਂ ਬਾਅਦ ਦੇ ਵਿੱਚ ਤੁਹਾਨੂੰ ਮੈਂ ਸੈਂਡ ਕਰ ਦਾਂਗੀ, ਠੀਕ ਹੈ। ਸੋ ਜਿਨ੍ਹਾਂ ਨੇ ਲੈਣਾ ਹੋਏਗਾ ਉਹ ਕੋਰਸ ਲੈ ਸਕਦੇ ਨੇ। 26 ਤੋਂ ਇਹ ਕਲਾਸਿਸ ਜਿਹੜੀਆਂ ਨੇ ਉਹ ਸ਼ੁਰੂ ਹੋ ਜਾਣਗੀਆਂ। ਟੌਪਿਕ ਜਿਹੜਾ ਅੱਜ ਅਸੀਂ ਕਰਨ ਜਾ ਰਹੇ ਹਾਂ ਉਹ ਹੈਗਾ ਵਾ ਬਿਰਤਾਂਤ ਤੇ ਲੋਕ ਬਿਰਤਾਂਤ ਦੇ ਬਾਰੇ। ਸੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਵਾ ਬਿਰਤਾਂਤ ਤੇ ਲੋਕ ਬਿਰਤਾਂਤ ਦੇ ਵਿੱਚ ਉਹੀ ਅੰਤਰ ਹੈਗਾ ਜੋ ਕਹਿੰਦੇ ਕਿ ਕਿਸ ਦੇ ਵਿੱਚ ਹੈਗਾ ਸਾਹਿਤ ਅਤੇ ਲੋਕ ਸਾਹਿਤ ਵਿੱਚ, ਕਲਾ ਤੇ ਲੋਕ ਕਲਾ 'ਚ, ਗੀਤ ਤੇ ਲੋਕ ਗੀਤ ਦੇ ਵਿੱਚ ਬਿਰਤਾਂਤ ਨੂੰ ਲੋਕ ਮਨ ਯਾਨੀ ਕਿ ਮਾਈਂਡ ਜਿਸ ਨੂੰ ਕਹਿ ਦਿੰਦੇ ਹੋ ਦੀ ਸ਼ਮੂਲੀਅਤ ਲਈ ਲੋਕ ਬਿਰਤਾਂਤ ਬਣਾਉਂਦੀ ਹੈ। ਹੁਣ ਜਿਹੜਾ ਬਿਰਤਾਂਤ ਦਾ ਮਤਲਬ ਕੀ ਹੁੰਦਾ ਹੈ ਥੋੜ੍ਹਾ ਜਿਹਾ ਡਿਟੇਲਸ ਦੇ ਵਿੱਚ, ਠੀਕ ਹੈ। ਸੋ ਕਹਿੰਦੇ ਸਾਹਿਤ ਤੇ ਲੋਕ ਸਾਹਿਤ ਜਿਹੜਾ ਹੁੰਦਾ ਹੈ ਨਾ, ਇੱਕ ਵੀ ਜਿਹਨੂੰ ਵਿਸ਼ਿਸ਼ਟ ਸਾਹਿਤ ਕਹਿ ਦਿੰਦੇ ਆ, ਇੱਕ ਅਸੀਂ ਸਾਡੇ ਕੋਲ ਲੋਕ ਸਾਹਿਤ ਆ ਜਾਂਦਾ ਹੈ। ਡਿਫਰੈਂਸ ਦੋਨਾਂ ਦੇ ਵਿੱਚ ਇਹੋ ਹੀ ਹੁੰਦਾ ਹੈ, ਜਿਵੇਂ ਕਿ ਇੱਕ ਸਿੰਪਲ ਕਲਾ ਹੁੰਦੀ ਹੈ, ਇੱਕ ਹੁੰਦੀ ਹੈ ਸਾਡੀ ਕਿ ਲੋਕ ਕਲਾ। ਇੱਕ ਗੀਤ ਹੁੰਦਾ ਇੱਕ ਲੋਕ ਗੀਤ ਹੁੰਦਾ, ਉਸੇ ਤਰੀਕੇ ਨਾਲ ਦੋਨਾਂ ਦੇ ਵਿੱਚ ਡਿਫਰੈਂਸ ਹੁੰਦਾ ਹੈ। ਲੋਕ ਮਨ ਦੀ ਜਿਹੜੀ ਸ਼ਮੂਲੀਅਤ ਹੈ ਜਿਸ ਦੇ ਵਿੱਚ ਲੋਕ ਮਨ ਹੋਏਗਾ ਜਿਹੜੇ ਬਿਰਤਾਂਤ ਦੇ ਵਿੱਚ, ਉਹ ਕੀ ਉਸਨੂੰ ਲੋਕ ਬਿਰਤਾਂਤ ਬਣਾ ਦਿੰਦੀ ਹੈ। ਬਿਰਤਾਂਤ ਕੋਈ ਸਾਹਿਤ ਰੂਪ ਨਹੀਂ ਸਗੋਂ ਮਿੱਥ, ਜਨਮ ਸਾਖੀਆਂ, ਮਹਾਕਾਵ, ਲੋਕ ਗਾਥਾ, ਕਿੱਸਾ, ਕਵਿਸ਼ਰੀ, ਕਥਾਵਾਂ ਦੇ ਅਨੇਕ ਰੂਪ ਬਿਰਤਾਂਤ ਨਾਲ ਜੁੜੇ ਹੋਏ ਨੇ। ਹੁਣ ਅਗਰ ਕਈ ਵਾਰੀ ਕੁਐਸਚਨ ਵੀ ਤੁਹਾਨੂੰ ਇਸ ਰੂਪ ਦੇ ਵਿੱਚ ਆ ਜਾਂਦਾ ਹੈ ਕਿ ਬਿਰਤਾਂਤ ਨਾਲ ਜੁੜੇ ਹੋਏ ਰੂਪ ਕਿਹੜੇ ਕਿਹੜੇ ਨੇ। ਸੋ ਤੁਸੀਂ ਇੱਥੇ ਦੇਖ ਸਕਦੇ ਹੋ ਜਿਨ੍ਹਾਂ ਦੇ ਵਿੱਚ ਸਟੋਰੀ ਹੋਵੇ, ਮੀਨਸ ਗਥਾਵਾਂ ਹੋ ਗਈਆਂ, ਕਥਾਵਾਂ ਹੋ ਗਈਆਂ, ਜਨਮ ਸਾਖੀਆਂ ਵੀ ਆ ਜਾਂਦੀਆਂ ਨੇ, ਮਿੱਥ ਵੀ ਆ ਜਾਂਦੀ ਹੈ, ਮਹਾਕਾਵ, ਲੋਕ ਗਾਥਾ, ਕਿੱਸਾ, ਕਵਿਸ਼ਰੀ, ਇਹ ਜਿਹੜੇ ਨੇ ਸਾਡੇ ਕੋਲ ਇੱਕ ਕਿੱਸਿਆਂ ਦੇ ਰੂਪ ਦੇ ਵਿੱਚ ਵੀ ਆ ਜਾਂਦਾ ਹੈਗਾ ਵਾ, ਯਾਨੀ ਕਿ ਇਹਦੇ ਵਿੱਚ ਇੱਕ ਬਿਰਤਾਂਤ ਵੀ ਪਾਇਆ ਜਾਂਦਾ ਕਿਉਂਕਿ ਉਸ ਦੇ ਵਿੱਚ ਵੀ ਸਟੋਰੀ ਹੁੰਦੀ ਹੈ। ਸੋ ਸਟੋਰੀ ਜਿਹੜੀ ਹੈ ਇਹਨਾਂ ਰੂਪਾਂ ਦੇ ਨਾਲ ਜੁੜੀ ਹੁੰਦੀ ਹੈ। ਅਸਲ ਵਿੱਚ ਬਿਰਤਾਂਤ ਉਹ ਕਿੱਤਾ ਨੇ ਜਿਨ੍ਹਾਂ ਵਿੱਚ ਕਥਾ ਤੇ ਕਥਾ ਕਹਿਣ ਵਾਲੇ ਜਿਹੜੇ ਦੋ ਇੱਕ ਤੱਤ ਇਸ ਦੇ ਵਿੱਚ ਮੌਜੂਦ ਹੁੰਦੇ ਨੇ। ਇਹ ਜਿਹੜੇ ਹੁੰਦੀ ਆ ਵਕਤਾ ਦੇ ਸੰਦੇਸ਼ ਦਾ ਭਾਸ਼ਾ ਦੇ ਮਾਧਿਅਮ ਦੁਆਰਾ ਸਰੋਤੇ ਤੱਕ ਸੰਚਾਰ ਕਰਦੀ ਹੈ। ਬਿਰਤਾਂਤ ਦੇ ਵਿੱਚ ਕੀ ਹੁੰਦੀ ਹੈ, ਸਟੋਰੀ ਹੁੰਦੀ ਹੈ ਜੋ ਸੰਦੇਸ਼ ਲੇਖਕ ਦੇਣਾ ਚਾਹੁੰਦਾ ਹੈ ਉਸਨੂੰ ਡਿਟੇਲਸ ਦੇ ਵਿੱਚ ਦਿੱਤਾ ਹੁੰਦਾ ਸਿੰਪਲ, ਤੇ ਮਾਧਿਅਮ ਇਸਨੇ ਚੁਣਿਆ ਹੁੰਦਾ ਹੈ ਭਾਸ਼ਾ ਨੂੰ। ਪੱਛਮੀ ਜਿਹੜੇ ਵਿਦਵਾਨ ਸੀ ਪ੍ਰਿੰਸ ਨੇ ਬਿਰਤਾਂਤ ਨੂੰ ਇਹ ਪਰਿਭਾਸ਼ਿਤ ਕੀਤਾ ਹੈ ਘੱਟੋ ਘੱਟ ਦੋ ਅਸਲੀ ਜਾਂ ਗਲਪੀ ਘਟਨਾਵਾਂ ਜੋ ਕਿ ਇਹਦੇ ਯਥਾਰਥ ਨਾਲ ਜੁੜੀਆਂ, ਜਾਂ ਫਿਰ ਇੱਕ ਜਿਹਨੂੰ ਕਹਿ ਸਕਦੇ ਹੋ ਕਲਪਨਾ ਦੇ ਉੱਤੇ ਆਧਾਰਿਤ ਹੋਣ, ਜਾਂ ਹਾਲਾਤਾਂ ਦੀ ਕਾਲ ਕ੍ਰਮਿਕ ਤਰਤੀਬ ਵਿੱਚ ਪੇਸ਼ਕਾਰੀ ਨੂੰ ਕੀ ਕਿਹਾ ਜਾਂਦਾ, ਉਹਨਾਂ ਨੇ ਬਿਰਤਾਂਤ ਕਿਹਾ ਸੀ। TR ਵਿਨੋਦ ਨੇ ਬਿਰਤਾਂਤ ਨੂੰ ਘਟਨਾਵਾਂ ਦਾ ਸਿਲਸਿਲਾ ਕਿਹਾ ਹੈ ਜਿਸ ਦੇ ਵਿੱਚ ਪੂਰੇ ਦਾ ਪੂਰਾ ਉਹਨਾਂ ਨੇ ਘਟਨਾਵਾਂ ਸਟਾਰਟਿੰਗ ਟੂ ਐਂਡ ਤੱਕ ਹਰ ਇੱਕ ਚੀਜ਼ ਦੇ ਬਾਰੇ ਦੱਸਿਆ ਗਿਆ ਹੋਵੇ। ਬਿਰਤਾਂਤ ਵਿੱਚ ਵਰਣਨ, ਵਿਆਖਿਆ ਜਾਂ ਵਾਰਤਾਲਾਪ ਵਰਗੇ ਜਿਹੜੇ ਭਾਸ਼ਾਈ ਰੂਪਾਂ ਦੀ ਵਰਤੋਂ ਵੀ ਹੁੰਦੀ ਹੈ, ਪਰੰਤੂ ਬਿਆਨ ਜਿਹੜਾ ਸੀ ਇਸ ਦਾ ਬੁਨਿਆਦੀ ਤੇ ਲਾਜ਼ਮੀ ਇੱਕ ਤੱਤ ਹੁੰਦਾ ਹੈ। ਬਿਆਨ ਲਈ, ਕਿਉਂਕਿ ਬਿਆਨ ਘਟਨਾ ਦਾ ਹੀ ਸੰਭਵ ਹੈ, ਵਸਤੂ ਦ੍ਰਿਸ਼ ਵਿਚਾਰ ਦਾ ਨਹੀਂ। ਸੋ ਬਿਆਨ ਕੀ ਹੁੰਦਾ ਹੈ, ਘਟਨਾਵਾਂ ਨੂੰ ਇਸ ਦੇ ਵਿੱਚ ਜਿਵੇਂ ਸਿਲਸਿਲਾ ਇਸ ਤੋਂ ਕਿਹਾ ਜਾਂਦਾ ਹੈਗਾ। ਸੋ ਇਸ ਦੇ ਵਿੱਚ ਮੋਸਟਲੀ ਕੀ ਹੋਣਗੀਆਂ, ਘਟਨਾਵਾਂ ਹੋਣਗੀਆਂ, ਘਟਨਾਵਾਂ ਦਾ ਬਿਆਨ ਹੋਏਗਾ। ਸੋ ਇਸ ਦੇ ਵਿੱਚ ਘਟਨਾ ਹੋਣੀ ਜ਼ਰੂਰੀ ਹੈ। ਸੋ ਇਹ ਜਿਹੜਾ ਬਿਆਨ ਹੁੰਦਾ ਘਟਨਾ ਦਾ ਹੋਏਗਾ, ਕੋਈ ਦ੍ਰਿਸ਼, ਕੋਈ ਵਸਤੂ ਜਾਂ ਵਿਚਾਰ ਦਾ ਨਹੀਂ ਹੁੰਦਾ। ਇਸ ਲਈ ਘਟਨਾ ਤੋਂ ਬਿਨਾਂ ਬਿਰਤਾਂਤ ਜਿਹੜੀ ਹੈ ਉਹ ਹੋਂਦ ਵਿੱਚ ਨਹੀਂ ਆ ਸਕਦੀ। ਹੁਣ ਇਸ ਦੇ ਵਿੱਚ ਘਟਨਾ ਦੇ ਉਹਨਾਂ ਨੇ ਤਿੰਨ ਲਾਜ਼ਮੀ ਜਿਹੜੇ ਤੱਤ ਦੱਸੇ ਨੇ। ਸਭ ਤੋਂ ਪਹਿਲਾਂ ਇਸ ਦੇ ਵਿੱਚ ਹੈਗਾ ਕਾਰਜ, ਸੈਕਿੰਡ ਹੈਗਾ ਤਣਾਓ ਜਾਂ ਟਕਰਾਓ, ਥਰਡ ਹੈਗਾ ਬਿਰਤਾਂਤ। ਇਹਨਾਂ ਤੱਤਾਂ ਦੇ ਸੁਭਾਅ ਤੇ ਬਿਰਤਾਂਤ ਵਿੱਚ ਵਰਤੋਂ ਦੀ ਵਿਧੀ ਦੇ ਫਰਕ ਕਾਰਨ ਬਿਰਤਾਂਤ ਦੇ ਵਿਭਿੰਨ ਰੂਪ ਕੀ ਹੈ, ਹੋਂਦ ਵਿੱਚ ਆਉਂਦੇ। ਦੇਖੋ ਹਰ ਇੱਕ ਦੇ ਰੂਪ ਜਿਹੜਾ ਹੁੰਦਾ ਹੈ ਉਸ ਦੇ ਵਿੱਚ ਬਿਰਤਾਂਤ ਨੂੰ ਅਲੱਗ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਸੋ ਇਹਨਾਂ ਦੀ ਵਿਧੀ ਕੀ ਹੈ, ਉਸ ਦੇ ਵਿੱਚ ਡਿਫਰੈਂਸ ਹੁੰਦੀ ਹੈ ਹਰ ਇੱਕ ਰੂਪ ਦੇ ਵਿੱਚ। ਸੋ ਕਹਿੰਦੇ ਇਹਨਾਂ ਦੇ ਡਿਫਰੈਂਸ ਹੋਣ ਦੇ ਕਾਰਨ ਹੀ ਇੱਕ ਵਿਭਿੰਨ ਰੂਪ ਸਾਡੇ ਕੋਲ ਹੋਂਦ ਵਿੱਚ ਆਉਂਦੇ, ਜਿਵੇਂ ਮਹਾਕਾਵ, ਮਿੱਥ, ਲੋਕ ਕਥਾ, ਰੋਮਾਂਸ, ਨਾਵਲ, ਨਿੱਕੀ ਕਹਾਣੀ ਆਦਿ। ਲੋਕ ਕਥਾਵਾਂ ਘਟਨਾਵਾਂ ਦੀ ਇੱਕ ਅਜਿਹੀ ਲੜੀ ਹੈ ਜੋ ਕਾਲਕ੍ਰਮ ਦੇ ਵਿੱਚ ਵਾਪਰਦੀ ਹੈ
ਤੇ ਇਸ ਵਿੱਚ ਪਾਤਰਾਂ ਦੇ ਕਾਰਜ ਦੀ ਇੱਕ ਰੂਪਰੇਖਾ ਹੁੰਦੀ ਹੈ। ਮੀਨਸ ਕਹਿ ਸਕਦੇ ਹੋ ਕਿ ਪਾਤਰ ਹੁੰਦੇ ਨੇ, ਉਹਨਾਂ ਦੇ ਕਾਰਜ ਇਸ ਦੇ ਵਿੱਚ ਦੱਸੇ ਹੁੰਦੇ ਨੇ, ਤੇ ਜਿਹੜੇ ਘਟਨਾਵਾਂ ਹੁੰਦੀਆਂ ਨੇ ਉਹ ਇੱਕ ਲੜੀ ਦੇ ਵਿੱਚ ਸਟੈਪ ਬਾਏ ਸਟੈਪ ਪੇਸ਼ ਕੀਤੀਆਂ ਹੁੰਦੀਆਂ ਨੇ। ਇਸ ਤੋਂ ਇਲਾਵਾ ਘਟਨਾ ਜਿਹੜੀ ਹੈਗੀ ਹੈ, ਇਸ ਦੇ ਵਿੱਚ ਕਥਾ ਦੀ ਮੁੱਖ ਇਕਾਈ ਹੁੰਦੀ ਹੈ। ਪਿੱਛੇ ਵੀ ਪੜ੍ਹਿਆ ਸੀ, ਜੇ ਘਟਨਾ ਨਹੀਂ ਹੋਏਗੀ ਤਾਂ ਕਥਾ ਨਹੀਂ ਹੋ ਸਕਦੀ, ਸੋ ਰੂਪ ਹੋਣ 'ਚ ਆ ਹੀ ਨਹੀਂ ਸਕਦਾ, ਬਿਰਤਾਂਤ ਆ ਹੀ ਨਹੀਂ ਸਕਦਾ ਹੋਣ 'ਚ। ਘਟਨਾ ਦਾ ਸੰਬੰਧ ਹਮੇਸ਼ਾ ਭੂਤਕਾਲ ਦੇ ਨਾਲ ਹੁੰਦਾ ਹੈ, ਭੂਤਕਾਲ ਜੋ ਕਿ ਵਿਚਰ ਚੁੱਕਾ ਹੈ, ਕਿਉਂਕਿ ਬਿਰਤਾਂਤਕਾਰ ਉਸ ਘਟਨਾ ਦਾ ਵਰਣਨ ਕਰਦਾ ਹੈ ਜੋ ਕਿ ਹੁੰਦੀ ਹੈ ਇੱਕ ਤਰੀਕੇ ਨਾਲ ਵਾਪਰ ਚੁੱਕੀ ਹੁੰਦੀ ਹੈ। ਇਸ ਲਈ ਰੂੜ ਹੋ ਗਏ ਵਰਤਾਰੇ ਲੋਕ ਬਿਰਤਾਂਤ ਦਾ ਕੀ ਗਏ ਇੱਕ ਵਸਤੂ ਬਣਦੇ ਨੇ। ਹੁਣ ਬਿਰਤਾਂਤ ਦੀ ਵਿਸ਼ੇਸ਼ਤਾ ਕੀ ਕੀ ਹੈ? ਬਿਰਤਾਂਤ ਤੋਂ ਕਿਸੇ ਇੱਕ ਰੂਪਾਕਾਰ ਦੀ ਲੋੜ ਜਾਂ ਫਿਰ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਜਿਵੇਂ ਇਸ ਦੇ ਵਿੱਚ ਸਾਨੂੰ ਕਹਿੰਦੇ ਇਸ ਦਾ ਇੱਕ ਕਿਨਾਰਾ ਜੁੜਦਾ ਹੈ ਮਿੱਥਾਂ, ਪੁਰਾਣਕ ਕਥਾਵਾਂ ਜਿਹੜੀਆਂ ਪਹਿਲੀਆਂ ਨੇ, ਜਾਂ ਫਿਰ ਦੇਵਤਾਵਾਂ ਜਿਹੜੇ ਨਾਲ ਸੰਬੰਧਿਤ ਜਿਹੜੀਆਂ ਕਥਾਵਾਂ ਹੈ, ਜਾਂ ਫਿਰ ਕੋਈ ਕਥਾ ਕਹਾਣੀ ਆਦਿ, ਇਹਨਾਂ ਦੇ ਨਾਲ ਕਹਿੰਦੇ ਇਹ ਸੰਬੰਧਿਤ ਹੁੰਦੇ ਨੇ। ਤੇ ਦੂਸਰਾ ਇਸ ਦਾ ਕਿਨਾਰਾ ਕਿਸ ਦੇ ਨਾਲ ਸੰਬੰਧਿਤ ਹੁੰਦਾ ਹੈ? ਮਹਾਂਕਾਵ, ਨਾਟਕ, ਨਾਵਲ, ਕਹਾਣੀ, ਇਹਨਾਂ ਦੇ ਨਾਲ। ਭਾਵੇਂ ਵੱਖ-ਵੱਖ ਸਮਿਆਂ 'ਚ ਬਿਰਤਾਂਤ ਨਾਲ ਜੁੜੇ ਵੱਖ-ਵੱਖ ਰੂਪਾਕਾਰਾਂ ਦੀ ਹੋਂਦ ਮਿਲਦੀ ਹੈ। ਰੂਪਾਕਾਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਸਾਡੀਆਂ ਸਟੋਰੀਆਂ ਮਿਲਦੀਆਂ ਨੇ, ਜਿਵੇਂ ਨਾਵਲ ਆ ਗਿਆ ਇੱਕ ਰੂਪ, ਨਾਟਕ ਆ ਗਿਆ, ਕਹਾਣੀ ਆ ਗਈ, ਨਿੱਕੀ ਕਹਾਣੀ ਆ ਗਈ, ਮਹਾਂਕਾਵ ਆ ਗਿਆ, ਇਹ ਸਭ ਕੁਝ। ਪਰੰਤੂ ਇਹਨਾਂ ਦੇ ਵਿੱਚ ਕਹਿੰਦੇ ਕਥਾਨਕ, ਦ੍ਰਿਸ਼ ਵਰਣਨ, ਪਾਤਰ ਚਿੱਤਰਨ, ਸੰਵਾਦ ਆਦਿ ਬਹੁਤ ਸਾਰੇ ਲੱਛਣ ਸਾਰਿਆਂ ਦੇ ਵਿੱਚ ਸਾਂਝੇ ਹੀ ਮਿਲਦੇ ਨੇ। ਵਰਤਮਾਨ ਸਮੇਂ ਦਾ ਬਿਰਤਾਂਤ ਭਾਵੇਂ ਕਿੰਨਾ ਕੁ ਹੀ ਵਿਕਸਿਤ, ਸੁਲਝਿਆ ਜਾਂ ਸੁਧਰਿਆ ਹੋਵੇ ਮਹਿਸੂਸ ਹੋਵੇ, ਪਰ ਇਸ ਦਾ ਮੂਲ ਜਿੱਥੋਂ ਇਹ ਆਇਆ ਸੀ ਆਪਣੇ ਆਦਿਮ ਰੂਪ ਅਰਥਾਤ ਪੁਰਾਣ ਕਥਾ, ਦੇਵਮਾਲਾ ਜਾਂ ਲੋਕ ਸਾਹਿਤ ਦੇ ਨਾਲ ਹੀ ਜੁੜਿਆ ਹੈ। ਸਟਾਰਟਿੰਗ ਸਾਡੀ ਲੋਕ ਬਿਰਤਾਂਤ ਦੇ ਨਾਲ ਹੀ ਸ਼ੁਰੂ ਹੁੰਦੀ ਆ। ਹੁਣ ਦੇਖੋ ਡਿਫਰੈਂਸ ਉਹੀ ਆ ਗਿਆ, ਇੱਕ ਵਿਸ਼ਿਸ਼ਟ ਸਾਹਿਤ ਦੇ ਨਾਲ ਸੰਬੰਧਿਤ ਬਿਰਤਾਂਤ ਹੋ ਗਿਆ, ਇੱਕ ਜਿਹੜੇ ਲੋਕ ਸਾਹਿਤ ਦੇ ਨਾਲ ਸੰਬੰਧਿਤ ਜਿਹੜਾ ਬਿਰਤਾਂਤ ਹੋ ਗਿਆ। ਵਰਤਮਾਨ ਸਮੇਂ ਦਾ ਜਿਹੜਾ ਬਿਰਤਾਂਤ ਹੈ, ਕਿਸੇ ਵੀ ਤਰ੍ਹਾਂ ਮਿੱਥ ਕਥਾਵਾਂ, ਪੁਰਾਣ ਕਥਾਵਾਂ, ਕਾਵ ਤੋਂ ਅੱਗੇ ਜਾਂ ਵੱਖਰੀ ਦਿਸ਼ਾ ਦੇ ਵਿੱਚ ਨਹੀਂ ਜਾ ਸਕਿਆ। ਇਸ ਲਈ ਇਸ ਦਾ ਅਧਿਐਨ ਵੀ ਇਸੇ ਪ੍ਰਸੰਗ ਦੇ ਵਿੱਚ ਸਾਨੂੰ ਕੀ ਕਰਨਾ ਉਚਿਤ ਹੈ, ਜਿਹੜਾ ਸਾਡਾ ਮੂਲ ਹੈ, ਜਿੱਥੋਂ ਅਸੀਂ ਜੁੜੇ ਆ, ਜਿੱਥੋਂ ਸਾਡਾ ਬਿਰਤਾਂਤ ਨਿਕਲਿਆ, ਕਹਿੰਦੇ ਉਸਨੂੰ ਵੀ ਅਸੀਂ ਕੀ ਕਰਨੇ ਆਪਣੇ ਇੱਕ ਵਿਚਾਰ ਦੇ ਵਿੱਚ ਲੈਣਾ ਇਹਨਾਂ ਨੂੰ, ਜਾਂ ਫਿਰ ਪ੍ਰਸੰਗ ਦੇ ਵਿੱਚ ਇਹਨਾਂ ਨੂੰ ਦੇਖਣਾ ਜ਼ਰੂਰੀ ਹੈਗਾ। ਹੁਣ ਇਹਨਾਂ ਦੀ ਅਧਿਐਨ ਪ੍ਰਣਾਲੀ ਜਾਂ ਫਿਰ ਇਹਨਾਂ ਦਾ ਅਧਿਐਨ ਕਾਰਜ ਕੀ ਹੁੰਦਾ ਹੈ? ਬਿਰਤਾਂਤ ਦੇ ਸੰਰਚਨਾਤਮਕ ਅਧਿਐਨ ਦੇ ਮੋਢਿਆਂ ਦੇ ਵਿੱਚ ਸਾਡੇ ਕੋਲ ਰੂਸੀ ਰੂਪਵਾਦੀ ਵਲਾਦੀਮੀਰ ਪ੍ਰਾਪ ਤੇ ਫਰਾਂਸੀਸੀ ਮਾਨਵ ਵਿਗਿਆਨੀ, ਜਿਹਦੇ ਵਿੱਚ ਲੈਵੀ ਸਟਰਾਸ ਮਹੱਤਵਪੂਰਨ ਇੱਕ ਸਥਾਨ ਰੱਖਦੇ ਨੇ। ਵਲਾਦੀਮੀਰ ਪ੍ਰਾਪ ਦੀ ਪ੍ਰਾਪਤੀ ਇਸ ਵਿੱਚ ਹੈ ਕਿ ਉਸਨੇ ਰੂਸੀ ਜਿਹੜੀਆਂ ਲੋਕ ਕਹਾਣੀਆਂ ਸੀ ਉਹਨਾਂ ਦਾ ਵਿਸ਼ਲੇਸ਼ਣ ਕੀਤਾ, ਬਿਰਤਾਂਤ ਦੇ ਸੰਰਚਨਾਤਮਕ ਅਧਿਐਨ ਲਈ ਦਿਸ਼ਾ ਨਿਰਦੇਸ਼ ਦਿੱਤੇ ਸੀ। ਸੋ ਸੰਰਚਨਾਤਮਕ ਅਧਿਐਨ ਦੇ ਨਾਲ ਉਹਨਾਂ ਨੇ ਜੋੜਿਆ ਕਿਸ ਨੂੰ? ਬਿਰਤਾਂਤ ਨੂੰ। ਉਸ ਦੀ ਪੁਸਤਕ ਹੈਗੀ ਆ ਮੋਰਫੋਲੋਜੀ ਆਫ ਫੋਕਟੇਲ, 28 ਤੋਂ ਅੱਜ ਤੱਕ ਲੋਕ ਕਹਾਣੀ ਦੇ ਅਧਿਐਨ ਦੇ ਵਿੱਚ ਇੱਕ ਮੀਲ ਪੱਥਰ ਬਣੀ ਹੋਈ ਹੈ। ਇਸ ਪੁਸਤਕ ਦਾ ਮਹੱਤਵ ਇਹ ਸੀ ਕਿ ਪੁਸਤਕ ਦੇ ਪ੍ਰਕਾਸ਼ਨ ਤੋਂ 30 ਸਾਲ ਬਾਅਦ ਯਾਨੀ ਕਿ 58 ਵਿੱਚ ਇਸ ਦਾ ਕੀ ਸੀ ਅੰਗਰੇਜ਼ੀ ਅਨੁਵਾਦ ਜਿਹੜਾ ਸੀ ਪ੍ਰਕਾਸ਼ਿਤ ਕੀਤਾ ਗਿਆ। ਪ੍ਰੋਪ ਕਹਿੰਦੇ ਅਸਲੋਂ ਹੀ ਕੀ ਗਏ ਸੀ ਰੂਸੀ ਪਰੀ ਕਹਾਣੀਆਂ ਦੇ ਰੂਪ ਵਿੱਚ ਗੁੰਝਲਾਂ ਖੋਲ ਕੇ, ਜੋ ਕਹਾਣੀਆਂ ਉਹਨਾਂ ਨੂੰ ਮਿਲਦੀਆਂ ਸੀ ਪਰੀ ਕਹਾਣੀਆਂ, ਉਹਨਾਂ ਦੇ ਵਿੱਚ ਜੋ ਗੁੰਝਲਾਂ ਪਾਈਆਂ ਜਾਂਦੀਆਂ ਸੀ ਉਹਨਾਂ ਨੂੰ ਓਪਨ ਕਰਕੇ ਉਹਨਾਂ ਦੇ ਸੰਰਚਨਾਤਮਕ ਪੈਟਰਨ, ਸੰਰਚਨਾਤਮਕ ਕਹਿੰਦੇ ਕਿ ਉਹਨੂੰ ਡੂੰਘਾਈ ਦੇ ਨਾਲ ਸਮਝਣਾ। ਸੰਰਚਨਾ ਇੱਕ ਰਚਨਾ ਦੇ ਵਿੱਚ ਜੋ ਸੰਰਚਨਾ ਹੁੰਦੀ ਹੈ, ਜੋ ਡੂੰਘਾਈ ਦੇ ਵਿੱਚ ਜਾ ਕੇ ਉਹਨੂੰ ਸਮਝਿਆ ਜਾਂਦਾ ਹੈਗਾ। ਸੋ ਇਸ ਨੂੰ ਕੀ ਸੀ ਸਪਸ਼ਟ ਉਹਨਾਂ ਨੇ ਕੀਤਾ ਸੀ। ਲੈਵੀ ਸਟਰਾਸ ਮੂਲ ਰੂਪ ਵਿੱਚ ਮਨ ਵਿਗਿਆਨੀ ਸੀ। ਉਸਦਾ ਕਾਰਨ ਸੀ ਕਿ ਲੋਕ ਪਰੰਪਰਾਵਾਂ ਦੇ ਨਾਲ ਹੀ ਉਹ ਸੰਬੰਧ ਰੱਖਦੇ ਸੀ। ਪਰੰਤੂ ਪ੍ਰੋਪ ਤੇ ਲੈਵੀ ਸਟਰਾਸ ਦੇ ਕਾਰਜ ਤੇ ਵਿਸ਼ਲੇਸ਼ਣ ਵਿਧੀ ਦੇ ਵਿੱਚ ਇੱਕ ਅੰਤਰ ਆਉਂਦਾ ਹੈ। ਲੋਕ ਕਹਾਣੀ ਦੇ ਵਿਸ਼ਲੇਸ਼ਣ ਨੇ ਪ੍ਰਾਪਤ ਦਾ ਯੋਗਦਾਨ ਕਿਤੇ ਵਡੇਰਾ ਹੈ, ਪਰ ਫਿਰ ਵੀ ਲੈਵੀ ਸਟਰਾਸ ਦੇ ਕਾਰਜ ਨੂੰ ਅਸੀਂ ਕਿਤੇ ਵੀ ਕਹਿ ਸਕਦੇ ਅਣਗੌਲਾ ਨਹੀਂ ਕਰ ਸਕਦੇ। ਇਹਨਾਂ ਵਿਦਵਾਨਾਂ ਦੇ ਵਿਸ਼ਲੇਸ਼ਣ ਉਪਰੰਤ ਹੀ ਗੱਲ ਸਪਸ਼ਟ ਹੋ ਚੁੱਕੀ ਸੀ ਕਿ ਬਿਰਤਾਂਤਕ ਤੱਤ ਸਮੇਂ ਦੇ ਨਾਲ ਨਾਲ ਬਦਲਦੇ ਰਹਿੰਦੇ ਨੇ। ਦੇਖੋ ਪਹਿਲਾਂ ਸਾਡਾ ਮੂਲ ਹੋਰ ਸੀ, ਇਹ ਹੁਣ ਕੀ ਗਾ ਹੋਰ ਹੋ ਗਿਆ। ਸੋ ਕੀ ਗਾ ਵਾ ਇਹ ਚੇਂਜਸ ਆਉਂਦੇ ਰਹਿੰਦੇ ਨੇ। ਇਸ ਤੋਂ ਇਲਾਵਾ ਬਦਲਦੇ ਸਮਾਜਿਕ ਆਰਥਿਕ ਪ੍ਰਸੰਗਾਂ ਦੇ ਸਨਮੁਖ ਬਿਰਤਾਂਤ ਦੀਆਂ ਵਿਧੀਆਂ ਵੀ ਨਵੀਆਂ ਸ਼ਕਤੀਆਂ ਗਤੀਸ਼ੀਲਤਾ ਲਈ ਬਾਰ-ਬਾਰ ਆਪਣੇ ਸੋਮਿਆਂ ਵੱਲ ਵੀ ਪਰਤਦੀਆਂ ਰਹੀਆਂ ਨੇ। ਹੁਣ ਕੁਛ ਨਵਾਂ ਆਇਆ ਵਾ ਉਹਨੂੰ ਅਸੀਂ ਐਕਸੈਪਟ ਕੀਤਾ ਹੈਗਾ, ਪਰ ਤਾਂ ਵੀ ਕੀ ਗਾ ਨਾ ਜਦੋਂ ਸਾਡੇ ਕੋਲ ਆਰਥਿਕ ਸਮਾਜਿਕ ਪ੍ਰਸੰਗ ਬਦਲਦੇ ਨੇ, ਸਾਡੇ ਕੋਲ ਕਈ ਨਵੀਆਂ ਵਿਧੀਆਂ ਆਉਂਦੀਆਂ ਨੇ, ਤਾਂ ਵੀ ਕੀ ਗੇ ਨੇ ਅਸੀਂ ਬਾਰ-ਬਾਰ ਆਪਣੇ ਮੂਲ ਵੱਲ ਵੀ ਜ਼ਿਆਦਾਤਰ ਇਹ ਪਰਤਦੇ ਹਾਂ। ਸਾਹਿਤਕ ਪ੍ਰਬੰਧ ਦੇ ਵਿੱਚ ਜਿਹੜੀ ਕਵਿਤਾ ਹੈ ਉਹ ਗੈਰ ਬਿਰਤਾਂਤਕ ਵਰਤਾਰੇ, ਜਿਸ ਵਿੱਚ ਬਿਰਤਾਂਤ ਜਿਹੜਾ ਹੈਗਾ ਵਾ ਉਹਨਾਂ ਨੇ ਇਸਨੂੰ ਇਸ ਕੈਟਾਗਰੀ 'ਚ ਨਹੀਂ ਲਿਆ। ਮਿੱਥ ਜੋ ਕਿ ਬਿਰਤਾਂਤਕ ਵਰਤਾਰਾ, ਉਸ ਦਾ ਬੁਨਿਆਦੀ ਅੰਤਰ ਜਿਹੜਾ ਸੀ ਲੈਵੀ ਸਟਰਾਸ ਨੇ ਹੀ ਸਪਸ਼ਟ ਕੀਤਾ ਸੀ। ਕਹਿਣਾ ਸੀ ਕਿ ਕਵਿਤਾ ਉਹ ਭਾਸ਼ਾਗਤ ਅਭਿਵਿਅਕਤੀ ਹੈ ਜਿਸ ਦਾ ਅਨੁਵਾਦ ਬਿਨਾਂ ਉਸ ਨੂੰ ਨੁਕਸਾਨ ਪਹੁੰਚਾਏ ਕੀ ਕਹਾਂ ਸੰਭਵ ਹੀ ਨਹੀਂ।
ਤੇ ਇਸ ਦੇ ਉਲਟ ਮਿੱਥ ਜਿਹੜਾ ਹੈਗਾ ਸੀ ਕਥਾ ਤੱਤ ਮਾੜੇ ਅਨੁਵਾਦ ਵਿੱਚ ਵੀ ਨਸ਼ਟ ਨਹੀਂ ਹੁੰਦੇ। ਹੁਣ ਜਦੋਂ ਅਸੀਂ ਕੋਈ ਕਥਾ ਹੁੰਦੀ ਹੈ ਨਾ ਕਵਿਤਾ ਹੋਏਗੀ, ਅਸੀਂ ਉਸਨੂੰ ਅਨੁਵਾਦ ਕਰਾਂਗੇ, ਰਾਈਟ। ਜਦੋਂ ਅਸੀਂ ਉਸਨੂੰ ਅਨੁਵਾਦ ਕਰਾਂਗੇ ਤਾਂ ਅਸੀਂ ਉਸਨੂੰ ਬਿਲਕੁਲ ਹੀ ਉਸਨੂੰ ਵਿਗਾੜ ਕੇ ਰੱਖ ਦਾਂਗੇ। ਇੱਕ ਜਿਹੜਾ ਕਵਿਤਾ ਹੈ ਉਸਨੂੰ ਅਨੁਵਾਦ ਕਰਕੇ ਉਸਨੂੰ ਇੱਕ ਵਾਰਤਕ ਦੇ ਚਲੋ ਵਿੱਚ ਪੇਸ਼ ਕੀਤਾ ਗਿਆ, ਤਾਂ ਅਸੀਂ ਕੀ ਕਰ ਉਸਦਾ ਜਿਹੜਾ ਮੋਸਟਲੀ ਮੇਨ ਰੂਪ ਸੀ ਅਸੀਂ ਉਸਨੂੰ ਹੀ ਵਿਗਾੜ ਦਿੱਤਾ। ਉਹ ਜੇਕਰ ਵਾਰਤਕ ਦੇ ਵਿੱਚ ਵੀ ਆਈ ਤਾਂ ਉਸ ਤਰੀਕੇ ਦੀ ਉਹ ਸੋਹਣੀ ਨਹੀਂ ਲੱਗੇਗੀ। ਇਸ ਤੋਂ ਇਲਾਵਾ ਜਿਹੜੀ ਕਥਾ ਤੱਤ ਹੈਗੀ ਹੈ ਜਿਹਦੇ ਵਿੱਚ ਮਿੱਥ ਸਾਨੂੰ ਮਿਲਦਾ ਹੈ, ਮਿੱਥ ਦੇ ਵਿੱਚ ਜਿਹੜੀ ਕਥਾ ਹੁੰਦੀ ਹੈ ਉਹ ਅਨੁਵਾਦ ਜਦੋਂ ਉਸਦਾ ਕਰਾਂਗੇ ਤਾਂ ਵੀ ਕੀ ਗਿਆ ਉਹ ਨਸ਼ਟ ਇਸ ਦੇ ਵਿੱਚ ਨਹੀਂ ਹੋਏਗੀ। ਪਾਠਕ ਸਰੋਤੇ ਮਿੱਥ ਜਾਂ ਲੋਕ ਕਹਾਣੀ ਦੀ ਭਾਸ਼ਾ ਅਤੇ ਸੱਭਿਆਚਾਰ ਨੂੰ ਭਾਵੇਂ ਜਾਣਦੇ ਹੋਣ ਜਾਂ ਨਾ, ਪਰ ਮਿੱਥ ਹਰ ਭਾਸ਼ਾ ਅਤੇ ਸੱਭਿਆਚਾਰ ਵਿੱਚ ਮਿੱਥ ਹੀ ਰਹਿੰਦੀ ਹੈ ਅਤੇ ਉਸ ਨੂੰ ਮਿੱਥ ਦੇ ਰੂਪ ਦੇ ਵਿੱਚ ਹੀ ਪੜ੍ਹਿਆ ਅਤੇ ਸਮਝਿਆ ਜਾਂਦਾ ਹੈਗਾ ਵਾ। ਹੁਣ ਜਿਹੜੀ ਮਿੱਥ ਹੈ ਅਗਰ ਉਸਨੂੰ ਅਸੀਂ ਦੂਸਰੀ ਵਿੱਚ ਇੱਕ ਅਨੁਵਾਦ ਕਰਾਂਗੇ ਤਾਂ ਉਸ ਦੇ ਵਿੱਚ ਵੀ ਉਹ ਮਿੱਥ ਹੀ ਜਾ ਕੇ ਉਸ ਤਰੀਕੇ ਦੀ ਸਟੋਰੀ ਸਾਨੂੰ ਬਿਆਨ ਕਰੇਗੀ। ਇਸ ਤਰੀਕੇ ਨਾਲ ਵੀ ਅਸੀਂ ਉਸਨੂੰ ਪੜ੍ਹਿਆ, ਉਸ ਤਰੀਕੇ ਨਾਲ ਵੀ ਅਸੀਂ ਪੜ੍ਹਿਆ ਸੀ, ਉਸਦੇ ਰੂਪ ਨੂੰ ਕਿਸੇ ਵੀ ਨਸ਼ਟ ਨਹੀਂ ਕੀਤਾ ਗਾ ਅਤੇ ਉਸੇ ਰੂਪ ਦੇ ਵਿੱਚ ਅਸੀਂ ਉਸਨੂੰ ਪੜ੍ਹ ਕੇ ਸਮਝ ਸਕਦੇ ਹਾਂ। ਜੇਕਰ ਕਵਿਤਾ ਨੂੰ ਅਸੀਂ ਐਜ਼ ਅ ਕਿਸੇ ਹੋਰ ਰੂਪ ਦੇ ਵਿੱਚ ਕਨਵਰਟ ਕਰਕੇ ਉਸਨੂੰ ਪੜ੍ਹੀਏ ਤਾਂ ਸਾਨੂੰ ਉਹ ਜਿਹੜੀ ਚੀਜ਼ ਹੈ ਉਹ ਮਾੜੀ ਵੀ ਲੱਗੇਗੀ, ਕਿਉਂਕਿ ਅਨੁਵਾਦ ਉਸਦਾ ਸਹੀ ਤਰੀਕੇ ਦੇ ਨਾਲ ਨਹੀਂ ਹੋਏਗਾ। ਤਾਂ ਉਸ ਤਰੀਕੇ ਦੇ ਨਾਲ ਅਸੀਂ ਉਸਨੂੰ ਸਮਝ ਵੀ ਨਹੀਂ ਸਕਦੇ, ਉਸਦੇ ਵਿੱਚ ਬਿਰਤਾਂਤ ਵੀ ਸਹੀ ਤਰੀਕੇ ਨਾਲ ਫਿੱਟ ਨਹੀਂ ਹੋਏਗਾ। ਮਿੱਥ ਦਾ ਮੂਲ ਨਾ ਕੀ ਹੈ ਸ਼ੈਲੀ ਵਿੱਚ ਹੈ ਅਤੇ ਨਾ ਸ਼ਬਦਾਂ ਦੇ ਸੰਗੀਤ ਜਾਂ ਵਾਕ ਵਿਨਿਆਸ ਦੇ ਵਿੱਚ ਹੈਗੇ, ਸਿਰਫ ਕਹਾਣੀ ਦੇ ਤੱਤ ਵਿੱਚ ਹੈ ਜਿਸ ਦਾ ਬਿਆਨ ਕੀ ਗਿਆ ਮਿੱਥ ਕਰਦੀ ਗਿਆ। ਮਿੱਥ ਵੀ ਬਿਆਨ ਹੀ ਕਰਦੀ ਹੈ। ਮਿੱਥ ਬੁਨਿਆਦੀ ਸਰੂਪ ਵਾਲੀ ਉਹ ਭਾਸ਼ਾ ਹੈ ਜਿਸ ਦਾ ਅਰਥਗਤ ਪ੍ਰਕਾਸ਼ ਭਾਸ਼ਾਈ ਅਭਿਵਿਅਕਤੀ ਦੇ ਖੁਰਦਰੇ ਤਲਾਤਲ ਦੇ ਨਾਲ ਕੀ ਹੈਗਾ ਵਾ ਇਹ ਚੱਲਦਾ ਹੈਗਾ ਵਾ। ਇਹਦੇ ਵਿੱਚ ਜਿਹੜੀ ਅਭਿਵਿਅਕਤੀ ਕਹਿ ਸਕਦੇ ਹੋ ਕਿ ਵਿਅਕਤੀ ਦੇ ਬਾਰੇ ਕੁਛ ਦੱਸਣਾ ਜੋ ਕਿ ਭਾਸ਼ਾ ਦੇ ਥਰੂ। ਕਵਿਤਾ ਵਿੱਚ ਭਾਸ਼ਾ ਦੇ ਜਿਹੜੇ ਸ਼ਾਬਦਿਕ ਲਾਕਸ਼ਣਿਕ ਅਤੇ ਪੈਰਾਡਿਗਮੈਟਿਕ ਪੱਖ ਦੀ ਸਰਦਾਰੀ ਕੀ ਹੈਗੀ ਹੈ ਰਹਿੰਦੀ ਹੈ। ਕਵਿਤਾ ਵਿੱਚ ਇੱਕ ਇੱਕ ਸ਼ਬਦ ਸਾਰੀ ਜਿਹੜੀ ਕਾਵਿ ਪਰੰਪਰਾ ਦੀ ਗੂੰਜ ਦਾ ਵਾਹਕ ਹੁੰਦਾ ਹੈ। ਇਹਦੇ ਵਿੱਚ ਜੋ ਇੱਕ ਇੱਕ ਸ਼ਬਦ ਹੁੰਦਾ ਹਰ ਇੱਕ ਦਾ ਇੱਕ ਇੱਕ ਮੀਨਿੰਗ ਹੁੰਦਾ, ਅਲੱਗ ਹੁੰਦਾ ਅਤੇ ਅਸੀਂ ਇਸਨੂੰ ਨਸ਼ਟ ਨਹੀਂ ਕਰ ਸਕਦੇ। ਜਦੋਂ ਅਸੀਂ ਇਸਨੂੰ ਕਨਵਰਟ ਕਰਦੇ ਹਾਂ ਅਨੁਵਾਦ ਦੇ ਵਿੱਚ ਉਹ ਚੀਜ਼ ਨਸ਼ਟ ਹੋ ਜਾਂਦੀ ਹੈ। ਭਾਸ਼ਾ ਦੇ ਵਿੱਚ ਜਦੋਂ ਮਿੱਥ ਨੂੰ ਅਨੁਵਾਦ ਕਰਦੇ ਹਾਂ ਦੂਸਰੇ ਦੇ ਵਿੱਚ ਤਾਂ ਉਸੇ ਤਰੀਕੇ ਦੇ ਨਾਲ ਰਹੇਗੀ, ਉਹ ਚੀਜ਼ ਨਹੀਂ ਨਸ਼ਟ ਹੋਏਗੀ, ਇਹ ਚੀਜ਼ ਨਸ਼ਟ ਹੋ ਜਾਏਗੀ। ਕਵਿਤਾ ਭਾਸ਼ਾਈ ਪਰੰਪਰਾ ਦੇ ਉਸ ਤੱਤ ਤੋਂ ਵਿਕਸਿਤ ਹੁੰਦੀ ਜਿਹੜਾ ਅਦੁੱਤੀ ਅਤੇ ਬੇਮਿਸਾਲ ਹੁੰਦਾ ਹੈ। ਭਾਸ਼ਾ ਜੋ ਅਸੀਂ ਇਸ ਤਰੀਕੇ ਨਾਲ ਕਵਿਤਾ 'ਚ ਯੂਜ਼ ਕਰਦੇ ਹਾਂ ਕਿ ਉਸਨੂੰ ਅਸੀਂ ਹੋਰ ਕਿਸੇ ਵਾਰਤਕ ਜਾਂ ਕਿਸੇ ਰੂਪ ਦੇ ਵਿੱਚ ਯੂਜ਼ ਨਹੀਂ ਕਰ ਸਕਦੇ, ਤਾਂ ਹੀ ਕਵਿਤਾ ਬੜੀ ਡਿਫਰੈਂਟ ਹੁੰਦੀ ਹੈ ਸਾਰਿਆਂ ਦੇ ਨਾਲ। ਜਦੋਂ ਕਿ ਮਿੱਥ ਭਾਸ਼ਾ ਦੇ ਬੁਨਿਆਦੀ ਪੱਖ ਸਰਵ ਵਿਆਪਕ ਨਾਲ ਰੇਖਾ ਅੰਕਿਤ ਹੈ, ਯਾਨੀ ਕਿ ਜਿਸ ਤਰੀਕੇ ਨਾਲ ਸਾਰਿਆਂ ਦੇ ਵਿੱਚ ਜੋ ਜੋ ਚੀਜ਼ਾਂ ਯੂਜ਼ ਹੁੰਦੀਆਂ ਨੇ ਮਿੱਥ ਦੇ ਵਿੱਚ ਵੀ ਉਸੇ ਤਰੀਕੇ ਨਾਲ ਉਹ ਚੀਜ਼ਾਂ ਯੂਜ਼ ਹੁੰਦੀਆਂ ਨੇ, ਪਰ ਕਵਿਤਾ ਜਿਹੜੀ ਆ ਉਹ ਥੋੜ੍ਹੀ ਜਿਹੀ ਡਿਫਰੈਂਸ ਦੇ ਵਿੱਚ ਚੱਲ ਜਾਂਦੀ ਹੈ। ਉਹਦੇ ਵਿੱਚ ਅਲੰਕਾਰ ਆ ਜਾਂਦੇ, ਬਿੰਬ ਆ ਜਾਂਦੇ ਹੈਗੇ ਨੇ, ਸ਼ਬਦਾਵਲੀ ਉਸਦੀ ਅਲੱਗ ਹੋ ਜਾਂਦੀ ਹੈ, ਰਾਈਟ। ਇਸ ਤੋਂ ਇਲਾਵਾ ਜੋ ਸਾਰੀਆਂ ਭਾਸ਼ਾਵਾਂ ਵਿੱਚ ਸਥਾਨਿਕ ਮੂਲ ਦੀ ਕੀ ਗਈ ਆ ਕੋਟੀ ਦੇ ਵਿੱਚ ਇਹ ਆਉਂਦਾ ਹੈ। ਵਲਾਦੀਮੀਰ ਪ੍ਰੋਪ ਦਾ ਜਿਹੜਾ ਸਮਾਂ ਸੀ 20 ਤੋਂ ਪਿੱਛੋਂ ਦਾ ਹੈ, ਉਹ ਸਮਾਂ ਸੀ ਜਦੋਂ ਰੂਸੀ ਰੂਪਵਾਦੀ ਸਹਿ ਚਿੰਤਨ ਦੇ ਖੇਤਰ ਦੇ ਵਿੱਚ ਪੂਰੀ ਤਰੀਕੇ ਨਾਲ ਸਰਗਰਮ ਸਨ। ਇਸੇ ਕਾਰਨ ਪ੍ਰੋਪ ਨੂੰ ਵੀ ਰੂਸੀ ਰੂਪਵਾਦੀਆਂ ਦੇ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਹੈ। ਪ੍ਰੋਪ ਤੋਂ ਪਹਿਲਾਂ ਵੇਸਲੋਵਸਕੀ ਅਤੇ ਬੇਦੀਅਰ ਜਿਹੜੇ ਸੀ ਲੋਕ ਕਥਾਵਾਂ ਉੱਪਰ ਬਹੁਤ ਸਾਰਾ ਕੰਮ ਇੱਕ ਕਰ ਚੁੱਕੇ ਸਨ, ਪਰੰਤੂ ਪ੍ਰੋਪ ਨੇ ਜਿਸ ਦ੍ਰਿਸ਼ਟੀ ਤੋਂ ਜਿਹੜੀਆਂ ਇਹਨਾਂ ਦਾ ਇੱਕ ਵਿਸ਼ਲੇਸ਼ਣ ਕੀਤਾ ਸੀ ਉਹ ਸਭ ਤੋਂ ਵੱਧ ਜਿਹੜਾ ਪ੍ਰਭਾਵਸ਼ਾਲੀ ਸੀ। ਉਹਨਾਂ ਨੇ ਇਹ ਜਿਹੜੀ ਇੱਕ ਕਹਾਣੀ ਹੈ ਬਿਰਤਾਂਤ ਵਿੱਚ ਇੱਕ ਸਟੋਰੀ ਆਉਂਦੀ ਹੈ ਉਸਨੂੰ ਵਾਕ ਬਣਤਰ ਵਾਂਗ ਇੱਕ ਵੇਖਦਾ ਹੈ ਅਤੇ ਵਾਕ ਵਿਸ਼ਲੇਸ਼ਣ ਨੂੰ ਮਾਡਲ ਬਣਾ ਕੇ ਲੋਕ ਕਹਾਣੀਆਂ ਦੀਆਂ ਪਰਤਾਂ ਉਘਾੜ ਦਾ ਕਹਾਣੀ ਦੇ ਆਦਿ ਸਰੂਪ ਤੱਕ ਹੀ ਵਾ ਪਹੁੰਚ ਜਾਂਦਾ। ਹੁਣ ਦੇਖੋ ਵਾਕ ਵਿਸ਼ਲੇਸ਼ਣ ਦੇ ਵਿੱਚ ਕੀ ਹੁੰਦਾ, ਅਸੀਂ ਕੀ ਦੇਖਦੇ ਹਾਂ ਵਾਕ ਕਿਵੇਂ ਬਣਦਾ ਹੈ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ। ਸ਼ਬਦ ਆ ਜਾਂਦੇ ਹੈਗੇ ਨੇ, ਵਾਕੰਸ਼ ਆ ਜਾਂਦੇ ਹੈਗੇ ਨੇ ਵਿੱਚ, ਫਿਰ ਉਪਵਾਕ ਆ ਜਾਂਦਾ ਹੈ, ਵਾਕ ਆ ਜਾਂਦਾ ਹੈ, ਹਰ ਇੱਕ ਇਕਾਈ ਉਸ ਦੇ ਵਿੱਚ ਉਸਨੂੰ ਇੱਕ ਵਧੀਆ ਤਰੀਕੇ ਦੇ ਨਾਲ ਰੱਖਿਆ ਹੁੰਦਾ ਹੈ ਵਾਕ ਦੇ ਵਿੱਚ। ਸੋ ਉਸੇ ਤਰੀਕੇ ਨਾਲ ਉਹਨੂੰ ਹੀ ਆਧਾਰ ਬਣਾ ਕੇ ਲੋਕ ਕਹਾਣੀਆਂ ਦੀਆਂ ਜਿਹੜੀਆਂ ਪਰਤਾਂ ਸੀ ਉਹਨਾਂ ਨੂੰ ਕੀ ਕੀਤਾ ਉਘਾੜ ਕੇ ਉਸਨੂੰ ਕਹਾਣੀ ਦੇ ਆਦਿ ਸਰੂਪ ਤੱਕ ਸਟਾਰਟਿੰਗ ਟੂ ਲਾਸਟ ਤੱਕ ਉਹ ਗਏ ਸੀ। ਜਿਹੜੇ ਪ੍ਰੋਪ ਸੀ ਵਾਕ ਦੀ ਬੁਨਿਆਦੀ ਵੰਡ ਉਸਦੇ ਵਿਸ਼ੇ ਅਤੇ ਉਸਦੀ ਪ੍ਰਕਿਰਿਆ ਅਨੁਸਾਰ ਉਹ ਕਰਦੇ ਨੇ। ਗੋਪੀ ਚੰਦ ਨਾਰੰਗ ਨੇ ਆਪਣੀ ਪੁਸਤਕ ਸੰਰਚਨਾਵਾਦ ਉੱਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ ਸ਼ਾਸਤਰ ਵਿੱਚ ਪ੍ਰੋਪ ਦੇ ਜਿਹੜੇ ਕਹਾਣੀ ਵਿਸ਼ਲੇਸ਼ਣ ਸੀ ਉਸਨੂੰ ਵਾਕ ਦੀ ਪੱਧਰ 'ਤੇ ਇਹ ਲਿਖੇ ਅਨੁਸਾਰ ਦਰਸਾਇਆ। ਹੁਣ ਇਹਦੇ ਵਿੱਚ ਸਿੰਪਲ ਉਹਨਾਂ ਨੇ ਇਹ ਦੱਸੀ ਗੱਲ ਕਿ ਪ੍ਰੋਪ ਨੇ ਜਿਹੜੀ ਕਹਾਣੀ ਹੈ ਜਾਂ ਬਿਰਤਾਂਤ ਦੇ ਬਾਰੇ ਅਗਰ ਦੱਸਿਆ ਹੈ ਤਾਂ ਉਹਨਾਂ ਨੇ ਕਿਸ ਨੂੰ ਆਧਾਰ ਬਣਾ ਕੇ ਦੱਸਿਆ ਹੈ, ਉਹਨਾਂ ਨੇ ਵਾਕ
ਵਿਸ਼ਲੇਸ਼ਣ ਨੂੰ ਆਧਾਰ ਬਣਾ ਕੇ ਇੱਥੇ ਦੱਸਿਆ। ਜਿਸ ਤਰੀਕੇ ਨਾਲ ਵਾਕ ਦਾ ਵਿਸ਼ਲੇਸ਼ਣ ਕਰਕੇ ਅਸੀਂ ਪਰਤਾਂ ਖੋਲ੍ਹਦੇ ਹਾਂ ਕਿ ਵਾਕ ਕਿਵੇਂ ਬਣਦਾ ਹੈ, ਉਸੇ ਤਰੀਕੇ ਨਾਲ ਉਹੀ ਉਹਨਾਂ ਨੇ ਮੋਡਲ ਕਿਹਦੇ ਉੱਤੇ ਲਗਾਇਆ ਸੀ, ਲੋਕ ਕਹਾਣੀਆਂ ਦੀਆਂ ਪਰਤਾਂ ਨੂੰ ਖੋਲ੍ਹਣ ਦੇ ਉੱਤੇ। ਹੁਣ ਇਹਦੇ ਵਿੱਚ ਉਹਨਾਂ ਨੇ ਰਾਜੇ ਨੇ ਅਜਗਰ ਨੂੰ ਤਲਵਾਰ ਨਾਲ ਟੁਕੜੇ ਟੁਕੜੇ ਕਰ ਦਿੱਤਾ। ਇਹ ਇੱਥੇ ਉਹਨਾਂ ਨੇ ਇੱਕ ਸਾਨੂੰ ਐਗਜ਼ਾਮਪਲ ਦਿੱਤੀ ਹੈ। ਉਪਰੋਕਤ ਵਾਕ ਜਾਂ ਕਹਾਣੀ ਦੇ ਵਾਕੰਸ਼ਾਂ ਨੂੰ ਤਬਦੀਲ ਉਹਨਾਂ ਨੇ ਕੀਤਾ ਹੈ। ਰਾਜੇ ਦੀ ਥਾਂ ਰਾਜਕੁਮਾਰ, ਵਜ਼ੀਰ, ਮੰਤਰੀ, ਯੋਧਾ ਪਾਤਰ ਹੋ ਸਕਦਾ ਹੈ। ਤਲਵਾਰ ਦੀ ਥਾਂ ਨੇਜ਼ਾ, ਬਰਛਾ, ਤੀਰ, ਕੁਹਾੜੀ, ਭਾਲਾ ਆਦਿ ਕੁਝ ਵੀ ਹੋ ਸਕਦੇ ਨੇ। ਅਜਗਰ ਦੀ ਥਾਂ ਸ਼ੇਰ, ਚੀਤਾ, ਬਘਿਆੜ ਜਾਂ ਕੋਈ ਹੋਰ ਹਿੰਸਕ ਜਾਨਵਰ ਵੀ ਹੋ ਸਕਦੇ ਨੇ। ਅਜਿਹਾ ਕਰਦੇ ਸਮੇਂ ਕਹਾਣੀ ਦੀ ਸੰਰਚਨਾ 'ਚ ਕੋਈ ਤਬਦੀਲੀ ਨਹੀਂ ਹੁੰਦੀ। ਮਤਲਬ ਅਗਰ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਉੱਤੇ ਅਸੀਂ ਕੋਈ ਹੋਰ ਵਰਡ ਯੂਜ਼ ਕਰ ਸਕਦੇ ਹਾਂ ਤਾਂ ਇਸ ਦੇ ਨਾਲ ਵੀ ਕੋਈ ਡਿਫਰੈਂਸ ਨਹੀਂ ਹੋਏਗਾ। ਇਉਂ ਵਾਕ ਦੀ ਸੰਰਚਨਾ ਅਤੇ ਲੋਕ ਕਹਾਣੀਆਂ ਦੀ ਸੰਰਚਨਾ ਵਿੱਚ ਸਮਾਨਤਾ ਦੀ ਜਿਹੜੀ ਪਛਾਣ ਸੀ ਅਤੇ ਕਰਕੇ ਉਹਨਾਂ ਨੇ ਬਿਰਤਾਨ ਨੂੰ ਇੱਕ ਨਵੀਂ ਜਿਹੜੀ ਦਿਸ਼ਾ ਪ੍ਰਦਾਨ ਕੀਤੀ ਸੀ। ਉਸਨੇ 100 ਰੂਸੀ ਕਹਾਣੀਆਂ ਦੀ ਚੋਣ ਕਰਕੇ ਆਪਣੇ ਵਿਸ਼ਲੇਸ਼ਣ ਨਾਲ ਸਪਸ਼ਟ ਕਰ ਦਿੱਤਾ ਕਿ ਪਾਤਰ ਅਤੇ ਉਹਨਾਂ ਦੇ ਪ੍ਰਕਾਰਜਾਂ ਦੇ ਆਧਾਰ 'ਤੇ ਲੋਕ ਕਹਾਣੀਆਂ ਦੀ ਜਿਹੜੀ ਅੰਦਰਲੀ ਸੰਰਚਨਾ ਹੁੰਦੀ ਹੈ ਉਹਨੂੰ ਅਗਾੜਿਆ ਜਾਂਦਾ ਹੈ। ਕੀ ਇੰਪੋਰਟੈਂਟ ਹੁੰਦੇ ਨੇ? ਪਾਤਰ ਅਤੇ ਉਹਨਾਂ ਦੇ ਪ੍ਰਕਾਰ, ਅਤੇ ਉਹਨਾਂ ਨੇ ਇਸਦਾ ਸਮੁੱਚਾ ਵਰਗੀਕਰਨ ਕੀਤਾ ਜਾ ਸਕਦਾ ਹੈਗਾ। ਪ੍ਰੋਪ ਦਾ ਕਾਰਜ ਸੀ ਸਾਦਾ ਅਤੇ ਬੇਲੋੜੀ ਜਟਿਲਤਾ ਤੋਂ ਮੁਕਤ ਹੋਣਾ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜੀਆਂ ਚੁਣੀਆਂ ਗਈਆਂ ਕਹਾਣੀਆਂ ਦੇ ਵਿਭਿੰਨ ਅਤੇ ਸਰਵ ਵਿਆਪੀ ਤੱਤਾਂ ਦਾ ਵਿਸ਼ਲੇਸ਼ਣ ਕਰਕੇ ਇਹ ਨਿਸ਼ਕਰਸ਼ ਕੱਢਿਆ ਸੀ ਕਿ ਵਿਭਿੰਨ ਕਹਾਣੀਆਂ ਵਿੱਚ ਭਾਵੇਂ ਪਾਤਰ ਬਦਲਦੇ ਰਹਿੰਦੇ ਨੇ ਪਰ ਪਾਤਰਾਂ ਦਾ ਪ੍ਰਕਾਰ ਨਿਸ਼ਚਿਤ ਰਹਿੰਦਾ। ਉਹਨਾਂ ਨੇ ਕਿਸ ਨੂੰ ਬੇਸ ਬਣਾਇਆ ਸੀ? ਇੱਕ ਪਾਤਰ ਅਤੇ ਉਹਨਾਂ ਦੇ ਪ੍ਰਕਾਰਜ ਨੂੰ। ਹੁਣ ਇੱਥੇ ਇਹਨਾਂ ਨੇ ਗੱਲ ਦੱਸੀ ਹੈ ਕਿ ਕਹਿੰਦੇ ਭਾਵੇਂ ਪਾਤਰ ਬਦਲਦੇ ਰਹਿੰਦੇ ਨੇ ਪਰ ਉਹਨਾਂ ਦਾ ਪ੍ਰਕਾਰਜ ਉਸੇ ਤਰੀਕੇ ਦੇ ਨਾਲ ਹੀ ਨਿਸ਼ਚਿਤ ਰਹਿੰਦਾ ਹੈ। ਇਸ ਦੀ ਪ੍ਰਕਿਰਤੀ ਸਾਰੀਆਂ ਕਹਾਣੀਆਂ 'ਚ ਇੱਕੋ ਜਿਹੀ ਕੀ ਹੈਗੀ ਹੈ, ਰਹਿੰਦੀ ਹੈ। ਪਾਤਰਾਂ ਦੇ ਜਿਹੜੇ ਸਥਾਈ ਪ੍ਰਕਾਰ ਹੈ, ਜਿਹੜੇ ਪਾਤਰ ਦੇ ਕਾਰਜ ਰਹਿੰਦੇ ਹੀ ਰਹਿੰਦੇ ਨੇ ਦੇ ਆਧਾਰ ਉੱਤੇ ਪ੍ਰੋਪ ਨੇ ਕਹਾਣੀ ਬਿਰਤਾਂਤ ਦੇ ਵੀ ਉਸ ਤੋਂ ਅੱਗੇ ਨੇਮ ਉਹਨਾਂ ਨੇ ਤਲਾਸ਼ੇ ਸੀ, ਜਿਸ ਨਾਲ ਅੱਗੇ ਚੱਲ ਕੇ ਉਹਨਾਂ ਨੇ ਜਿਹੜਾ ਲੋਕ ਸਾਹਿਤ ਸੀ ਬਿਰਤਾਂਤ ਦੇ ਅਧਿਐਨ ਦਾ ਇੱਕ ਨਵਾਂ ਮਾਰਗ ਹੋਣ ਦੇ ਵਿੱਚ ਆਇਆ ਸੀ। ਸੋ ਇਹਦੇ ਵਿੱਚ ਉਹਨਾਂ ਨੇ ਕਿੰਨਾ ਤੋਂ ਬਾਰੇ ਸਾਨੂੰ ਦੱਸਿਆ ਸੀ। ਇੱਕ ਉਹਨਾਂ ਨੇ ਜਿਹੜਾ ਕਾਰਜ ਜਿਹੜਾ ਸੀ ਸਾਦਾ ਅਤੇ ਨਾਲ ਦੇ ਨਾਲ ਜਿਹੜੀ ਬੇਲੋੜੀ ਜਟਿਲਤਾ ਸੀ ਉਸ ਤੋਂ ਇਹਨਾਂ ਨੇ ਮੁਕਤੀ ਦੇ ਬਾਰੇ ਦੱਸਿਆ ਹੈ। ਇਸ ਤੋਂ ਇਲਾਵਾ ਜਿਹੜੀਆਂ ਉਹਨਾਂ ਨੇ ਕਹਾਣੀਆਂ ਜੋ ਸਟੋਰੀਆਂ ਚੁਣੀਆਂ ਸੀ ਉਹਨਾਂ ਦਾ ਕੀ ਹੈਗਾ, ਵਿਭਿੰਨ ਅਤੇ ਸਰਵਪੱਖੀ ਤੱਤਾਂ ਦਾ ਵਿਸ਼ਲੇਸ਼ਣ ਕਰਦਾ ਹੈ। ਇਸ ਤੋਂ ਇਲਾਵਾ ਇਹਨਾਂ ਨੇ ਇਹ ਇੱਥੋਂ ਸਿੱਟਾ ਕੱਢਿਆ ਸੀ ਕਿ ਪਾਤਰ ਚੇਂਜ ਹੋ ਜਾਂਦੇ ਨੇ ਪਰ ਕਾਰਜ ਉਸੇ ਤਰੀਕੇ ਦੇ ਨਾਲ ਰਹਿੰਦਾ ਹੈਗਾ, ਅਤੇ ਇਸ ਦੀ ਜਿਹੜੀ ਪ੍ਰਕਿਰਤੀ ਹੈ ਸਾਰੀ ਕਹਾਣੀਆਂ ਦੇ ਵਿੱਚ ਇੱਕੋ ਜਿਹੀ ਰਹਿੰਦੀ। ਮਤਲਬ ਇਹ ਚੀਜ਼ਾਂ ਹਮੇਸ਼ਾ ਹਰ ਇੱਕ ਦੇ ਵਿੱਚ ਇੱਕੋ ਤਰੀਕੇ ਦੇ ਨਾਲ ਰਹਿੰਦੀਆਂ। ਪਾਤਰ ਜਿਹੜੇ ਸਥਾਈ ਪ੍ਰਕਾਰਜ ਹੁੰਦੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਉਹਨਾਂ ਨੇ ਅੱਗੇ ਫਿਰ ਕਹਾਣੀ ਬਿਰਤਾਂਤ ਦੇ ਨੇਮ ਤਲਾਸ਼ੇ ਸੀ, ਅੱਗੋਂ ਉਹਨੂੰ ਇਸ ਪੱਧਰ 'ਤੇ ਉਹ ਲੈ ਕੇ ਗਏ ਸੀ। ਹੁਣ ਉਹਨਾਂ ਨੇ ਕੁਝ ਸਾਂਝੇ ਸੂਤਰ ਕਹਾਣੀ ਵਿਸ਼ਲੇਸ਼ਣ ਕਰਕੇ ਸਾਨੂੰ ਦੱਸੇ ਨੇ। ਪਹਿਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਾਤਰਾਂ ਦੇ ਪ੍ਰਕਾਰਜ ਕਹਾਣੀ ਦੇ ਸਥਿਰ ਅਤੇ ਸੰਦੇਹ ਰਹਿਤ ਤੱਤ ਨੇ। ਪ੍ਰਕਾਰਜਾਂ ਦੀ ਗਿਣਤੀ ਕਹਾਣੀਆਂ ਦੇ ਵਿੱਚ ਕੀ ਹੁੰਦੀ ਹੈ, ਸੀਮਤ ਹੁੰਦੀ ਹੈ। ਜਿਹੜੇ ਉਹ ਪ੍ਰਕਾਰਜ ਹੁੰਦੇ ਨੇ ਪਾਤਰਾਂ ਦੇ ਪ੍ਰਕਾਰਜਾਂ ਦਾ ਅਨੁਕ੍ਰਮ ਹਮੇਸ਼ਾ ਇੱਕੋ ਜਿਹਾ ਹੀ ਰਹਿੰਦਾ, ਇੱਕੋ ਤਰੀਕੇ ਦੇ ਨਾਲ ਉਹ ਚੱਲਦੇ ਨੇ। ਵਿਵਿਧਤਾ ਦੇ ਬਾਵਜੂਦ ਸਾਰੀ ਕਹਾਣੀਆਂ ਵਿੱਚ ਸੰਰਚਨਾ ਜਿਹੜੀ ਆ ਉਹ ਸਮਾਨ ਰਹਿੰਦੀ। ਉਹਨਾਂ ਨੇ ਵਿਸ਼ਲੇਸ਼ਣ ਦੇ ਆਧਾਰ 'ਤੇ ਸਾਨੂੰ ਸੂਤਰ ਲਾਸਟ ਉੱਤੇ ਕੱਢ ਕੇ ਦਿੱਤੇ ਸੀ। ਗੋਪੀ ਚੰਦ ਨਾਰੰਗ ਨੇ ਮੌਲਿਕਤਾ ਦੀ ਦ੍ਰਿਸ਼ਟੀ ਤੋਂ, ਹੁਣ ਇਹਨਾਂ ਨੇ ਗੋਪੀ ਚੰਦ ਨਾਰੰਗ ਸਾਨੂੰ ਨੈਕਸਟ ਮਿਲਦੇ ਨੇ ਜਿਨ੍ਹਾਂ ਨੇ ਮੌਲਿਕਤਾ ਨੂੰ ਆਧਾਰ ਬਣਾਇਆ ਸੀ। ਉਹਨਾਂ ਨੇ ਨੇਮ 3rd ਨੂੰ ਅਤੇ 4th ਨੂੰ ਵਿਗਿਆਨ ਅਵਿਸ਼ਕਾਰ ਪ੍ਰਵਾਨ ਕੀਤਾ ਹੈ। ਇਸ ਨੇਮ ਵਿਧਾਨ ਦੇ ਆਧਾਰ 'ਤੇ ਪ੍ਰੋਪ ਇਸ ਨਤੀਜੇ 'ਤੇ ਪਹੁੰਚ ਸਕਦਾ ਹੈ ਕਿ ਕਹਾਣੀ ਵਿੱਚ ਪਾਤਰਾਂ ਦੇ ਪ੍ਰਕਾਰਜਾਂ ਦੀ ਕੁੱਲ ਗਿਣਤੀ 31 ਤੋਂ ਕਿਸੇ ਵੀ ਤਰ੍ਹਾਂ ਵੱਧਦੀ ਨਹੀਂ। ਇੱਥੇ ਉਹਨਾਂ ਨੇ 3rd ਜਿਹੜਾ ਦਿੱਤਾ ਸੀ ਅਨੁਕ੍ਰਮ ਇੱਕੋ ਜਿਹਾ ਰਹਿੰਦਾ ਹੈ, ਅਤੇ ਸਾਰੇ ਜਿਹੜੇ ਵਿਵਿਧਤਾ ਦੇ ਬਾਵਜੂਦ ਵੀ ਕਿ ਕਈ ਡਿਫਰੈਂਸ ਦੇ ਬਾਵਜੂਦ ਵੀ ਸਾਰੀ ਕਹਾਣੀਆਂ ਦੇ ਵਿੱਚ ਸੰਰਚਨਾ ਹਮੇਸ਼ਾ ਇੱਕ ਸਮਾਨ ਰਹਿੰਦੀ ਹੈ। ਗੋਪੀ ਚੰਦ ਨਾਰੰਗ ਜਿਹੜੇ ਸੀ ਉਹਨਾਂ ਨੇ ਅੱਗੋਂ ਸਾਨੂੰ ਥੋੜ੍ਹੇ ਹੋਰ ਡਿਫਰੈਂਸ ਦੱਸ ਦਿੱਤਾ ਹੈ। ਉਹਨਾਂ ਨੇ ਕਿਹਾ ਸੀ ਕਿ ਜਿਹੜੇ ਨੇਮ ਦਿੱਤੇ ਸੀ ਇਸ ਅਗਰ ਬੇਸ ਦੇ ਆਧਾਰ 'ਤੇ ਜਿਹੜਾ ਪ੍ਰੋਪ ਸੀ ਉਹ ਇਸ ਨਤੀਜੇ 'ਤੇ ਪਹੁੰਚ ਸਕਦਾ ਹੈ ਕਿ ਜੇਕਰ ਕਹਾਣੀ ਦੇ ਵਿੱਚ ਪਾਤਰ ਦੇ ਜਿਹੜੇ ਪ੍ਰਕਾਰ ਚੂਜ਼ ਕੀਤੇ ਜਾਣ ਉਹਨਾਂ ਦੀ ਟੋਟਲ ਗਿਣਤੀ 31 ਤੋਂ ਵੱਧ ਨਹੀਂ ਵੱਧਦੀ। ਥੋੜ੍ਹੇ ਬਹੁਤੇ ਫਰਕ ਨਾਲ ਸਾਰੀਆਂ ਹੀ ਕਹਾਣੀਆਂ ਵਿੱਚ ਇਹੋ ਨੇਮ ਜਿਹੜੇ ਹੈਗੇ ਨੇ ਉਹ ਚੱਲਦੇ ਨੇ। ਕੁੱਲ ਮਿਲਾ ਕੇ ਪ੍ਰੋਪ ਆਪਣੇ ਵਿਸ਼ਲੇਸ਼ਣ ਰਾਹੀਂ ਇਹ ਸਿੱਧ ਕਰ ਦਿੰਦਾ ਹੈ ਕਿ ਬੁਣਤੀ ਕਾਰਨ ਬਿਰਤਾਂਤਕ ਸਿੰਟੈਗਮੈਟਿਕ ਨਿਯਮਾਂ ਦੇ ਅਨੁਕੂਲ ਹੁੰਦਾ ਹੈ, ਜਦੋਂ ਕਿ ਪੈਰਾਡਿਗਮੈਟਿਕ ਤੱਤ ਕਾਵਿ ਦੀ ਵਿਸ਼ੇਸ਼ਤਾ ਹੈ। ਇਹਦੇ ਵਿੱਚ ਬੁਣਤੀ ਕਾਰਨ ਜਿਹੜਾ ਹੈਗਾ ਬਿਰਤਾਂਤ, ਜਿਵੇਂ ਪਿੱਛੇ ਵੀ ਅਸੀਂ ਇਸ ਨੂੰ ਪੜ੍ਹਿਆ ਸੀ ਸਿੰਟੈਗਮੈਟਿਕ, ਬਿਰਤਾਂਤ ਨੂੰ ਰਿਲੇਟ ਕੀਤਾ ਗਿਆ ਸਿੰਟੈਗਮੈਟਿਕ ਦੇ ਨਾਲ, ਪੈਰਾਡਿਗਮੈਟਿਕ ਦੇ ਨਾਲ ਜਿਹੜਾ ਹੈਗਾ ਵਾ ਕਾਵਿ ਨੂੰ ਰਿਲੇਟ ਕੀਤਾ ਗਿਆ ਹੈਗਾ, ਅਤੇ ਇਸ ਦੇ ਨਾਲ ਕਹਿੰਦਾ ਕੋਈ ਵਡੇਰਾ ਇਸ ਦਾ ਯੋਗਦਾਨ ਇਸ ਦੇ ਵਿੱਚ ਨਹੀਂ ਹੈਗਾ। ਪ੍ਰੋਪ ਜਿਹੜੇ ਸੀ ਉਹ
ਜਿਹੜੇ ਹੈਗੇ ਸੀ ਕਹਾਣੀਆਂ ਦੇ ਸੋਮੇ ਮਿੱਥਾਂ ਨੂੰ ਮੰਨਦੇ ਨੇ। ਮਿੱਥ ਹੁੰਦੀ ਹੈ ਨਾ ਕਿ ਕੁਛ ਵੀ ਆਪਣੇ ਵੱਲੋਂ ਐਡ ਕਰ ਲਓ, ਮਿੱਥ ਲਾ ਦਿੱਤੀ ਜਾਂਦੀ ਕਿ ਭਾਵੇਂ ਕਹਾਣੀਆਂ ਦੇ ਸੋਹਜ ਅਤੇ ਮਨਮੋਹਕਤਾ ਦੀ ਅਨੁਭੂਤੀ ਰੱਖਦਾ ਹੈ, ਪਰ ਸੋਹਜ ਮੁੱਲ ਉਸਦਾ ਵਿਸ਼ਾ ਨਹੀਂ ਸੀ। ਉਸਦਾ ਦਾ ਵਿਸ਼ਾ ਚਾਹੇ ਉਸਨੂੰ ਇਹ ਅਪਣਾਉਂਦੇ ਨੇ ਜਿਹੜਾ ਸੋਹਜ ਹੁੰਦਾ ਹੈ, ਬਟ ਉਹ ਇਹਨਾਂ ਦਾ ਵਿਸ਼ਾ ਨਹੀਂ ਸੀ। ਉਹਨਾਂ ਦੀ ਰੁਚੀ ਸਿਰਫ ਕਿਸ ਦੇ ਵਿੱਚ ਹੈਗੀ ਸੀ, ਜਸਟ ਬਿਰਤਾਂਤ ਦੀ ਸੰਰਚਨਾ ਦੇ ਵੱਲ, ਜਾਂ ਬਿਰਤਾਂਤ ਨੂੰ ਉਹਨਾਂ ਨੇ ਉਸ ਦੇ ਬਾਰੇ ਹੀ ਉਹ ਦੇਖਦੇ ਪਰਖਦੇ ਸੀ। ਖੂਬਸੂਰਤੀ ਉਸਦੀ ਇਸ ਗੱਲ 'ਚ ਹੈ ਕਿ ਉਸਨੇ ਕਥਾਨਕ ਦੇ ਪ੍ਰਕਾਰ ਅਤੇ ਪਾਤਰਾਂ ਦੀਆਂ ਭੂਮਿਕਾਵਾਂ ਜਿਹੜੀਆਂ ਅਸੀਂ ਉਹਨੇ ਪਿੱਛੇ ਪੜ੍ਹੀਆਂ ਸੀ, ਉਸ ਦੇ ਬਾਰੇ ਵੀ ਉਹਨਾਂ ਨੇ ਦੱਸਿਆ ਸੀ ਸਾਨੂੰ। ਲੈਵੀ ਸਟਰਾਸ ਦੀ ਦਿਲਚਸਪੀ ਲੋਕ ਕਥਾਵਾਂ ਦੇ ਰੂਪਾਂ ਜਾਂ ਸੰਰਚਨਾ ਦੀ ਵਿਸ਼ੇਸ਼ਤਾ ਜਾਣਨ ਨਾਲੋਂ ਇਹਨਾਂ ਦਾ ਮੂਲ ਜਾਣਨ ਵੱਲ ਵਧੇਰੇ ਹੈ। ਉਹ ਵੀ ਅਸੀਂ ਪਿੱਛੇ ਪੜ੍ਹਿਆ ਸੀ ਕਿ ਇਹਨਾਂ ਸਟਾਰਟਿੰਗ ਜਿਹੜੀ ਹੁੰਦੀ ਹੈ ਇਹਨਾਂ ਦੇ ਮੂਲ ਤੋਂ ਹੀ ਹੁੰਦੀ ਹੈ। ਇਹਨਾਂ ਨੇ ਥੋੜ੍ਹਾ ਜਿਹਾ ਸਾਨੂੰ ਲਾਸਟ ਉੱਤੇ ਦੱਸਦਾ ਕਿ ਓਵਰਆਲ ਕੀ ਉਸ ਦੇ ਵਿੱਚ ਦੱਸਿਆ ਗਿਆ ਸੀ। ਉਸ 'ਤੇ ਜਿਹੜੇ ਹੈਗੇ ਸੀ ਅਧਿਐਨ ਦਾ ਜਿਹੜਾ ਵਸਤੂ ਕੀ ਹੈਗਾ ਸੀ, ਉਹ ਮਿੱਥ ਹੈਗਾ, ਜਿਸ ਨਾਲ ਛੋਟੀਆਂ ਵੱਡੀਆਂ ਕਹਾਣੀਆਂ ਹੋਂਦ ਦੇ ਵਿੱਚ ਆਉਂਦੀਆਂ ਨੇ। ਮਿੱਥ ਦੇ ਨਾਲ ਆਪਣੀ ਮਾਨਵ ਵਿਗਿਆਨੀ ਰੁਚੀ ਕਾਰਨ ਉਹ ਸੱਭਿਆਚਾਰ ਦੀਆਂ ਜੜ੍ਹਾਂ ਤਲਾਸ਼ਣ ਦੇ ਵਿੱਚ ਵਧੇਰੇ ਕੀ ਹੈ ਦਿਲਚਸਪੀ ਰੱਖਦਾ ਹੈਗਾ। ਲੈਵੀ ਸਟਰਾਸ ਦਾ ਕਹਿਣਾ ਹੈ ਕਿ ਕਿਸੇ ਵੀ ਸੱਭਿਆਚਾਰ ਦੇ ਮੂਲ ਉਸ ਦੀਆਂ ਮਿੱਥਾਂ ਦੇ ਵਿੱਚ ਦੇਖੇ ਜਾ ਸਕਦੇ, ਅਤੇ ਉਹ ਮਿੱਥ ਦੇ ਵਿਸ਼ਲੇਸ਼ਣ ਰਾਹੀਂ ਮਨੁੱਖੀ ਮਨ ਦੇ ਮੂਲ ਤੱਕ ਕੀ ਨਹੀਂ ਪਹੁੰਚਣਾ ਚਾਹੁੰਦਾ ਸੀ। ਸੋ ਉਹਨਾਂ ਦਾ ਬੇਸ ਕੀ ਸੀ, ਇੱਕ ਮਿੱਥਾਂ ਦੇ ਨਾਲ ਰਿਲੇਟਡ। ਸੋ ਉਹਨਾਂ ਨੇ ਕਿਹਾ ਸੀ ਕਿ ਮਿੱਥਾਂ ਜਿਹੜੀ ਹੈਗੀਆਂ ਸੀ ਉਹਨਾਂ ਦੇ ਬਾਰੇ ਅਸੀਂ ਆਪਣੇ ਸੱਭਿਆਚਾਰ ਦੇ ਵਿੱਚੋਂ ਲੱਭ ਸਕਦੇ ਨੇ ਉਹਨਾਂ ਦੇ ਬਾਰੇ, ਇਸ ਕਰਕੇ ਉਸ ਦੇ ਵਿੱਚ ਜ਼ਿਆਦਾ ਉਹ ਦਿਲਚਸਪੀ ਉਹ ਲੈਂਦੇ ਸੀ। ਨਾਲ ਦੇ ਨਾਲ ਕੀ ਕਹਾਂ, ਮਿੱਥ ਦੇ ਵਿਸ਼ਲੇਸ਼ਣ ਰਾਹੀਂ ਮਨੁੱਖੀ ਮਨ ਜਿਹੜਾ ਸੀ ਉਸਨੂੰ ਵੀ ਸਮਝਿਆ ਜਾ ਸਕਦਾ ਹੈਗਾ। ਬਿਰਤਾਂਤ ਦੀਆਂ ਵਿਸ਼ੇਸ਼ਤਾਵਾਂ ਜਾਂ ਵਿਲੱਖਣਤਾਵਾਂ ਨਿਸ਼ਚਿਤ ਕਰਨ ਲਈ ਨਾਥੋ ਫਰਾਈ, ਗ੍ਰੇਮਾਸ, ਤੋਦੋਰੋ ਅਤੇ ਯੇਨਟ ਵਰਗੇ ਜਿਹੜੇ ਚਿੰਤਕਾਂ ਦਾ ਇੱਕ ਵੱਡਾ ਯੋਗਦਾਨ ਵੀ ਰਿਹਾ ਹੈ। ਇਹਨਾਂ ਵਿਦਵਾਨਾਂ ਨੇ ਬਿਰਤਾਂਤ ਦੇ ਸਰੂਪ, ਪ੍ਰਕਾਰ, ਵਿਭਿੰਨ ਕਿਸਮ ਦੇ ਜਿਹੜੇ ਰੂਪਾਂ ਦੀਆਂ ਵਿਸ਼ੇਸ਼ਤਾ ਵਰਗੇ ਜਿਹੜੇ ਪੱਖ ਸਪਸ਼ਟ ਕਰਕੇ ਸਾਹਿਤ ਅਤੇ ਸੱਭਿਆਚਾਰਕ ਚਿੰਤਨ ਦੇ ਖੇਤਰ ਦੇ ਵਿੱਚ ਇੱਕ ਉਹਨਾਂ ਨੇ ਸਾਹਿਤ ਨੂੰ ਚੂਜ਼ ਕੀਤਾ ਸੀ, ਇੱਕ ਉਹਨਾਂ ਨੇ ਸੱਭਿਆਚਾਰ ਨੂੰ ਚੂਜ਼ ਕੀਤਾ ਸੀ, ਅਤੇ ਹੈਰਾਨ ਕਰ ਦੇਣ ਵਾਲੀ ਉਹਨਾਂ ਨੇ ਕਾਰਗੁਜ਼ਾਰੀ ਕੀਤੀ ਸੀ ਆਪਣੇ ਜਿਹੜੇ ਵਿਚਾਰਾਂ ਦੇ ਨਾਲ। ਇਹਨਾਂ ਨੇ ਵਿਚਾਰਾਂ ਦੀ ਰੋਸ਼ਨੀ ਵਿੱਚ ਬਿਰਤਾਂਤ ਕਲਾ ਦੀਆਂ ਪਰਤਾਂ ਨੂੰ ਸਮਝਿਆ ਹੈ। ਸੋ ਇਹ ਜਿੰਨੇ ਵੀ ਸੀ ਵਿਦਵਾਨ, ਇਹਨਾਂ ਨੇ ਸਾਨੂੰ ਬਿਰਤਾਂਤ ਬਾਰੇ ਕੁਛ ਨਾ ਕੁਛ ਆਪਣੇ ਵਿਚਾਰ ਜਿਹੜੇ ਸੀ ਉਹ ਜ਼ਰੂਰ ਦਿੱਤੇ ਸੀ। ਸੋ ਬਿਰਤਾਂਤ ਇੱਕ ਪ੍ਰਗਟਾਅ ਵਿਧੀ ਤੋਂ ਲੈ ਕੇ ਘਟਨਾਵਾਂ ਦੇ ਕਾਲ ਕ੍ਰਮਿਕ ਤਰਤੀਬ ਦੇ ਨਾਲ ਪੇਸ਼ ਕਰਨ ਤੱਕ ਦੇ ਅਰਥਬੋਧ ਨਾਲ ਜੁੜਿਆ ਮਾਨਵੀ ਕਰਮ ਹੈ। ਸੋ ਅਗਰ ਬਿਰਤਾਂਤ ਕੀ ਹੈ, ਇਹ ਇਸ ਦੇ ਵਿੱਚ ਤੁਸੀਂ ਸਮਝ ਸਕਦੇ ਹੋ। ਮਨੁੱਖੀ ਚੇਤਨਾ ਦੇ ਮੁੱਢਲੇ ਪੜਾਅ ਤੋਂ ਅੱਜ ਤੱਕ ਬਿਰਤਾਂਤ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਰਚਿਤ ਰਿਹਾ, ਚਾਹੇ ਉਹ ਕਿਸੇ ਰੂਪ ਦੀ ਸ਼ਕਲ ਦੇ ਵਿੱਚ ਹੋਵੇ। ਬਿਰਤਾਂਤ ਜਿਹੜੇ ਨੇ ਮਾਨਵੀ ਜੀਵਨ ਵਾਂਗ ਸਰਵ ਵਿਆਪਕੀ ਵਰਤਾਰਾ ਹੈ। ਸਰੋਂਦੀ ਕਵਿਤਾ ਦੇ ਨਿਸ਼ਚਿਤ ਪੱਖਾਂ ਨੂੰ ਛੱਡ ਕੇ ਬਾਕੀ ਸਾਰੇ ਰੂਪਾਂ ਦੇ ਵਿੱਚ ਅਸੀਂ ਬਿਰਤਾਂਤ ਦੇਖਦੇ ਹਾਂ। ਸ਼ੁੱਧ ਰੂਪ ਕੀ ਹੈ ਬਿਰਤਾਂਤ ਦਾ? ਲੋਕ ਕਹਾਣੀ, ਪਰੀ ਕਹਾਣੀ, ਜਨੌਰ ਕਹਾਣੀ, ਇਹ ਸਾਰਿਆਂ ਦੇ ਵਿੱਚ ਸਾਨੂੰ ਕੀ ਨੇ ਬਿਰਤਾਂਤ ਦੇ ਨਮੂਨੇ ਮਿਲ ਜਾਂਦੇ ਨੇ। ਉਂਝ ਭਾਵੇਂ ਮਹਾਂਕਾਵ, ਕਿੱਸਾ ਕਾਵਿ, ਵਾਰ, ਕਵੀਸ਼ਰੀ ਵਰਗੇ ਦੇ ਵਿੱਚ ਵੀ ਸਾਨੂੰ ਬਿਰਤਾਂਤ ਦੇ ਅੰਸ਼ ਪਾਏ ਜਾਂਦੇ ਨੇ। ਦੇਖੋ ਜਿਹੜੀ ਸਿੰਪਲ ਇੱਕ ਕਵਿਤਾ ਹੁੰਦੀ ਹੈ ਨਾ, ਜਸਟ ਇੱਕ ਸਿੰਪਲ ਜਿਹੜੀ ਕਵਿਤਾ, ਉਸ ਦੇ ਵਿੱਚ ਬਿਰਤਾਂਤ ਦੇ ਅੰਸ਼ ਨਹੀਂ ਹੁੰਦੇ। ਹਾਂ, ਮਹਾਂਕਾਵ, ਕਿੱਸਾ ਕਾਵਿ, ਵਾਰ ਕਾਵਿ ਇਸ ਦੇ ਵਿੱਚ ਜ਼ਰੂਰ ਪਾਏ ਜਾਂਦੇ ਨੇ। ਬਹੁਤ ਸਾਰੇ ਵਿਦਵਾਨ ਨਾਟਕ ਨੂੰ ਵੀ ਬਿਰਤਾਂਤ ਦੇ ਖੇਤਰ 'ਚ ਸ਼ਾਮਿਲ ਕਰ ਲੈਂਦੇ ਨੇ। TR ਵਿਨੋਦ ਕਹਿੰਦੇ ਨੇ ਕਿ ਨਾਟਕ ਵਿੱਚ ਕਹਾਣੀ ਸੁਣਾਈ ਨਹੀਂ ਸਗੋਂ ਦਰਸਾਈ ਜਾਂਦੀ ਹੈ, ਦਿਖਾਇਆ ਜਾਂਦਾ, ਜਿਹਨੂੰ ਕਹਿ ਦਿੱਤਾ ਜਾਂਦਾ। ਇਸ ਲਈ ਨਾਟਕ ਵਿੱਚ ਬਿਰਤਾਂਤ ਦਾ ਅੰਸ਼ ਹੁੰਦਾ ਤਾਂ ਜ਼ਰੂਰ ਹੈ, ਲੇਕਿਨ ਸ਼ੁੱਧ ਰੂਪ ਵਿੱਚ ਬਿਰਤਾਂਤ ਦਾ ਨਮੂਨਾ ਨਹੀਂ ਹੁੰਦਾ। ਬਿਰਤਾਂਤ ਲਈ ਕਥਾ ਘਟਨਾ ਦਾ ਬਿਆਨ ਜ਼ਰੂਰੀ ਹੈ। ਇਸ ਦੇ ਵਿੱਚ ਅਸੀਂ ਦਿਖਾਉਂਦੇ ਹਾਂ, ਬਿਆਨ ਨਹੀਂ ਕਰਦੇ ਸਟੋਰੀ ਨੂੰ। ਸੋ ਜਿਸ ਵਿੱਚ ਵਕਤਾ ਅਤੇ ਸਰੋਤਾ ਦੇ ਜਿਹੜੇ ਹੈਗੇ ਨੇ ਵਿਸ਼ੇਸ਼ ਇੱਥੇ ਮਹੱਤਵ ਰੱਖਦੇ ਨੇ। ਲੋਕ ਬਿਰਤਾਂਤ ਦੇ ਕਈ ਛੋਟੇ ਵੱਡੇ ਨਮੂਨੇ ਸਾਨੂੰ ਮਿਲ ਜਾਂਦੇ ਨੇ, ਜਿਵੇਂ ਕਥਾ, ਸਾਖੀ, ਸੁਖਨ, ਬਚਨ, ਮਸਲਮ, ਮਹਾਤਮ, ਪ੍ਰਮਾਣ, ਸਿੱਧੀ ਮੁੱਢੀ ਅਤੇ ਮਸਲੇ ਆਦਿ। ਇਸ ਤੋਂ ਇਲਾਵਾ ਸਾਨੂੰ ਹੋਰ ਵੀ ਇਸ ਦੇ ਵਿੱਚ ਕਈ ਰੂਪ ਜਿਹੜੇ ਦਿੱਤੇ ਹੋਏ ਨੇ। ਇਹ ਸਾਰੇ ਜਿਹੜੇ ਹੈਗੇ ਨੇ ਲੋਕ ਬਿਰਤਾਂਤ ਕਾਵਿ ਰੂਪਾਂ ਦਾ ਵਿਲੱਖਣ ਰਚਨਾ ਵਿਧਾਨ ਹੈ, ਅਰਥਾਤ ਕੀ ਹੈਗੇ ਨੇ ਵੱਖਰੇ ਇਹ ਰੂਪਾਕਾਰ ਵਜੋਂ ਹੋਂਦ ਵਿੱਚ ਆਉਂਦੇ ਨੇ, ਬਟ ਹਰ ਇੱਕ ਦੇ ਵਿੱਚ ਸਾਨੂੰ ਬਿਰਤਾਂਤ ਦੇ ਅੰਸ਼ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਮਿਲਦੇ ਨੇ। ਲੋਕਧਾਰਾ ਦੇ ਖੇਤਰ ਵਿੱਚ ਲੋਕ ਬਿਰਤਾਂਤ ਦੇ ਰੂਪ ਦੇ ਵਿੱਚ ਇਹ ਸਾਰੇ ਚਰਚਿਤ ਹੁੰਦੇ ਨੇ। ਲੋੜ ਇੰਨੀ ਹੈ ਕਿ ਲੋਕ ਬਿਰਤਾਂਤ ਰੂਪਾਂ ਦੀ ਬਸ ਇੰਨਾ ਹੀ ਹੈਗਾ ਜੀ। ਇਹ ਜਿਹੜਾ ਟੌਪਿਕ ਸੀ ਇੱਥੋਂ ਹੀ ਖਤਮ ਹੋ ਜਾਂਦਾ, ਅੱਗੋਂ ਇਸ ਦੇ ਵਿੱਚ ਨਹੀਂ ਮਿਲਦਾ ਸਾਨੂੰ। ਹਾਂ, ਕਿਉਂਕਿ ਥੋੜ੍ਹਾ ਜਿਹਾ ਹੀ ਹੈਗਾ ਸੀ ਇਹ। ਸੋ ਇਹ ਲੋਕ ਜਿਹੜਾ ਬਿਰਤਾਂਤ ਹੈਗਾ ਸੀ, ਇਹ ਟੌਪਿਕ ਇੰਨੇ ਦੇ ਵਿੱਚ ਹੀ ਸੀ। ਜ਼ਿਆਦਾਤਰ ਉਹਨਾਂ ਨੇ ਇਹ ਦੱਸਿਆ ਸੀ ਕਿ ਸਾਨੂੰ ਕਈ ਜਿਹੜੇ ਲੋਕ ਬਿਰਤਾਂਤ ਵਾਲੇ ਸਾਡੇ ਕੋਲ ਰੂਪ ਮਿਲਦੇ ਨੇ। ਕਵਿਤਾ ਜਿਹੜੀ ਸਿੰਪਲ ਹੈ ਉਸ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਵਿੱਚ ਸਾਨੂੰ ਬਿਰਤਾਂਤ
ਯਾਨੀ ਕਿ ਇੱਕ ਨਾਟਕ ਨੂੰ ਵੀ ਤੁਸੀਂ ਕਹਿ ਸਕਦੇ ਹੋ। ਕਈ ਉਹਨਾਂ ਨੂੰ ਯੂਜ਼ ਕਰਦੇ ਨੇ, ਉਹਨਾਂ ਵਿੱਚ ਬਿਰਤਾਂਤ ਕਹਿੰਦੇ ਨੇ, ਬਟ ਕਈ ਜਿਹੜੇ ਹੈਗੇ ਨੇ ਨਹੀਂ ਕਹਿੰਦੇ ਗੇ। ਨਾਲ ਦੇ ਨਾਲ ਉਹਨਾਂ ਨੇ ਇਹ ਦੱਸਿਆ ਹੈਗਾ ਵਾ ਕਿ ਸੱਭਿਆਚਾਰ ਦੇ ਅੰਸ਼ ਇਸ ਦੇ ਵਿੱਚ ਸਾਨੂੰ ਜ਼ਰੂਰ ਮਿਲਦੇ ਨੇ। ਹੋਰ ਇਹਦੇ ਵਿੱਚ ਲੈਵੀ ਸਟਰਾਸ ਅਤੇ ਪ੍ਰਾਪ ਜਿਹੜੇ ਸੀ, ਉਹਨਾਂ ਨੇ ਮੋਸਟਲੀ ਇਸ ਦੇ ਨਾਲ ਜੁੜੇ ਹੋਏ 2 ਲੇਖਕ ਨੇ, ਜਿਨ੍ਹਾਂ ਨੇ ਇਸ ਦੇ ਬਾਰੇ ਆਪਣੀਆਂ ਜਿਹੜੀਆਂ ਹੈਗੀਆਂ ਸੀ ਉਹ ਰਾਵਾਂ ਦਿੱਤੀਆਂ। ਠੀਕ ਹੈ, ਸੋ ਇਹ ਹੈਗਾ ਸੀ ਅੱਜ ਦਾ ਟੋਪਿਕ। ਬਾਕੀ ਜਿਹੜਾ ਹੋਏਗਾ ਅਸੀਂ ਨੈਕਸਟ ਵਿੱਚ ਕਰਾਂਗੇ। ਸੋ ਯਾਦ ਰੱਖਿਓ ਕੋਰਸਿਸ ਦੇ ਬਾਰੇ, ਜਿਨ੍ਹਾਂ ਨੇ ਕੋਰਸ ਲੈਣਾ ਹੋਏਗਾ ਉਹ ਜ਼ਰੂਰ ਲੈ ਸਕਦੇ ਹੋ। ਮੈਸੇਜ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਰ ਦਿਓ ਅਗਰ ਤੁਸੀਂ ਲੈਣਾ ਹੋਏਗਾ। ਸੋ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ। ਥੈਂਕ ਯੂ ਕਲਾਸ ਸਿੱਖਣ ਵਾਸਤੇ।